ਧਰਤੀ ਧਾਈਐ। ਨਾ ਤੂੰ ਆਵਹਿ ਵਸ ਕਿਤੈ ਸਿਆਣਪੈ। ਨਾ ਤੂੰ ਆਵਹਿ ਵਸ ਬਹੁਤਾ ਦਾਨ ਦੇ। ਸਭ ਕੋ ਤੇਰਾ ਵਸ ਅਗਮ ਅਗੋਚਰਾ। ਤੂੰ ਭਗਤਾ ਕੈ ਵਸ ਭਗਤਾ ਤਾਣ ਤੇਰਾ। ਮੁਖ ਉਚਰਹਿ ਸਾਸਤਰ ਖਟ। ਪਿੰਗ ਗਿਰਨ ਚੜ੍ਹ ਜਾਏ। ਅੰਧ ਲਖੈ ਬਦਰੁ ਸੁਣੈ। ਜੋ ਕਾਲ ਕਿਰਪਾ ਕਰਾਏ। ਕਹਾ ਬੁੱਧ ਪ੍ਰਭ ਤੁਛ ਹਮਾਰੀ। ਬਰ ਨ ਸਕੈ ਮਹਿਮਾ ਜੋ ਤਿਹਾਰੀ। ਹਮ ਨ ਸਕਤ ਕਰ ਸਿਫਤ ਤੁਮਾਰੀ। ਆਪ ਲੇਹੋ ਤੁਮ ਕਥਾ ਸੁਧਾਰੀ। ਹਮ ਨ ਸਕਤ ਕਰ ਸਿਫਤ ਤੁਮਾਰੀ। ਆਪ ਲੇਹੋ ਤੁਮ ਕਥਾ ਸੁਧਾਰੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਇੱਕ ਓੰਕਾਰ ਸਤਿਗੁਰ ਪ੍ਰਸਾਦਿ। ਆਸਾ ਸ੍ਰੀ ਕਬੀਰ ਜੀਓ ਕੇ ਚੌਪਦ ਇੱਕ ਤੁਕੇ। ਸਾਨਕ ਸਨੰਦ ਅੰਤ ਨਹੀਂ ਪਾਇਆ। ਵੇਦ ਪੜ੍ਹੇ ਪੜ੍ਹ ਬ੍ਰਹਮੇ ਜਨਮ ਗਵਾਇਆ। ਹਰ ਕਾ ਬਿਲੋਬਨਾ ਬਿਲੋਬਹੁ ਮੇਰੇ ਭਾਈ। ਸਹਿਜ ਬਿਲੋਬਹੁ ਜੈਸੇ ਤਤ ਨ ਜਾਈ। ਰਾਮ ਤਾਨ ਕਰ ਮਟਕੀ ਮਨ ਮਾਹੇ ਬਿਲੋਈ। ਇਸ ਮਟਕੀ ਮੈਂ ਸ਼ਬਦ ਸੰਜੋਈ। ਹਰ ਕਾ ਬਿਲੋਬਨਾ ਮਨ ਕਾ ਵਿਚਾਰਾ। ਗੁਰ ਪ੍ਰਸਾਦ ਪਾਵੈ ਅੰਮ੍ਰਿਤ ਧਾਰਾ। ਕਹੋ ਕਬੀਰ ਨਦਰ ਕਰੇ ਜੇ ਮੀਰਾ। ਰਾਮ ਨਾਮ ਲਗ ਉਤਰੇ ਤੀਰਾ। ਹਰ ਕਾ ਬਿਲੋਬਨਾ ਬਿਲੋਬਹੁ ਮੇਰੇ ਭਾਈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਛਲ ਅੰਤਰਜਾਮੀ ਕਰੁਣਾ ਨਿਧਾਨ ਗੁਰੂ ਗਰੀਬ ਨਵਾਜ। ਕਲਯੁਗ ਕੇ ਤਾਰਨ ਹਾਰੇ ਸ਼ਬਦ ਗੁਰੂ। ਦਸਾਂ ਹੀ ਪਾਤਸ਼ਾਹੀਆਂ ਕੇ ਆਤਮਿਕ ਸਰੂਪ ਜੁਗੋ ਜੁਗ ਅਟਲ। ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਗੁਰੂ ਖਾਲਸਾ ਸਾਧ ਸੰਗਤ ਜੀਓ। ਸਤਿਗੁਰੂ ਜੀ ਦੀ ਅਪਾਰ ਬਖਸ਼ਿਸ਼ ਦਾ ਸਦਕਾ ਅੰਮ੍ਰਿਤ ਵੇਲੇ ਤੋਂ ਮਹਾਰਾਜ ਸਿੰਘ ਜੀ ਦੀ ਪਾਵਨ ਹਜ਼ੂਰੀ ਅੰਦਰ ਦੀਵਾਨ ਸਜੇ ਸਨ। ਸਜੇ ਹੋਏ ਦੀਵਾਨਾਂ ਅੰਦਰ ਆਪ ਸਰਬੱਤ ਸੰਗਤਾਂ ਹਾਜ਼ਰੀਆਂ ਭਰ ਕੇ ਲਾਹੇ ਪ੍ਰਾਪਤ ਕਰ ਰਹੇ ਹੋ। ਆਓ ਸਤ ਸੰਗਤ ਜੀ ਹੋਰ ਵੀ ਕੋਈ ਸਮਾਂ ਪਿਆਰ ਸਤਿਕਾਰ ਸਹਿਤ ਸਤਿਗੁਰੂ ਜੀ ਦੇ ਚਰਨਾਂ ਵਿੱਚ ਬੈਠ ਕੇ
ਜੀਵਨ ਦੀਆਂ ਅਮੋਲਕ ਘੜੀਆਂ ਨੂੰ ਸਫਲਿਆਂ ਬਣਾਉਣ ਲਈ ਲੜੀਵਾਰ ਗੁਰਬਾਣੀ ਦੀ ਕਥਾ ਸਰਵਣ ਕਰਕੇ ਲਾਹੇ ਪ੍ਰਾਪਤ ਕਰੀਏ। ਜਿਵੇਂ ਭਗਤ ਰਸਨਾ ਦੁਆਰਾ ਸਤਿਗੁਰੂ ਜੀ ਪਾਵਨ ਸ਼ਬਦ ਰਾਹੀਂ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ, ਪਿਆਰ ਸਤਿਕਾਰ ਸਹਿਤ ਗੁਰੂ ਚਰਨਾਂ ਵਿੱਚ ਬੈਠ ਕੇ ਗੁਰੂ ਸ਼ਬਦ ਦੀ ਵਿਚਾਰ ਨਾਲ ਜੁੜੀਏ। ਵਿਚਾਰ ਦੀ ਪ੍ਰਾਰੰਭਤਾ ਤੋਂ ਪਹਿਲਾਂ ਜ਼ਰੂਰੀ ਹੈ ਮਨ ਨੂੰ ਇਕਾਗਰ ਕਰਨਾ। ਸਰਬੱਤ ਸੰਗਤ ਅਸੀਸ ਬਖਸ਼ਿਸ਼ ਕਰੋ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਸੀਸ ਝੁਕਾ ਕੇ ਪਿਆਰ ਅਦਬ ਨਾਲ ਉਚਾਰਨ ਕਰੋ ਜੀ। ਕਰੋ ਰਸਨਾ ਪਵਿੱਤਰ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਇੱਕ ਅਦਵੈਤ ਸਰੂਪ ਹੈ। ਓੰਕਾਰ ਸਰਬ ਜੀਵਾਂ ਦਾ ਪ੍ਰਕਾਸ਼ਕ ਹੈ। ਸਤ ਤ੍ਰੈ ਕਾਲ ਤਿੰਨਾਂ ਸਮਿਆਂ ਵਿੱਚ ਉਹ ਸੱਚਾ ਪਰਮੇਸ਼ਰ ਹੈ। ਗੁਰ ਚੇਤਨ ਸਰੂਪ ਹੈ। ਪ੍ਰਸਾਦ ਆਨੰਦ ਸਰੂਪ ਹੈ। ਇਉਂ ਕਹਿ ਲਈਏ ਕਿ ਇੱਕ ਜੋ ਓੰਕਾਰ ਸਾਰੇ ਜੀਵਾਂ ਦਾ ਕਰਤਾ ਵੀ ਆਪ ਹੈ, ਭਰਤਾ ਵੀ ਆਪ ਹੈ, ਹਰਤਾ ਵੀ ਪਰਮੇਸ਼ਰ ਆਪ ਹੈ। ਸਭ ਜੀਵਾਂ ਨੂੰ ਹਰਨ ਵਾਲਾ ਵੀ ਪਰਮਾਤਮਾ ਆਪ ਹੀ ਹੈ। ਉਸ ਓੰਕਾਰ ਦੀ ਸ਼ਕਤੀ ਨੂੰ ਸਤਿਗੁਰੂ ਜੀ ਦੀ ਕਿਰਪਾ ਦੁਆਰਾ ਪਾਇਆ ਜਾ ਸਕਦਾ ਹੈ। ਗੁਰੂ ਬਖਸ਼ਿਸ਼ ਤੋਂ ਬਿਨਾਂ ਕਦੇ ਵੀ ਪਰਮੇਸ਼ਰ ਦੀ ਪ੍ਰਾਪਤੀ ਨਹੀਂ ਹੋ ਸਕਦੀ। ਜਦੋਂ ਤੱਕ ਜੀਵ ਸਤਿਗੁਰੂ ਜੀ ਤੋਂ ਬੇਮੁਖ ਹੋ ਕੇ ਰਹਿੰਦਾ ਹੈ, ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਬਚਨਾਂ ਨੂੰ ਜੀਵਨ ਦੇ ਵਿੱਚ ਕਮਾਉਂਦਾ ਨਹੀਂ, ਗੁਰ ਉਪਦੇਸ਼ ਨੂੰ ਹਿਰਦੇ ਅੰਦਰ ਗ੍ਰਹਿਣ ਨਹੀਂ ਕਰਦਾ, ਉਦੋਂ ਤੱਕ ਓੰਕਾਰ ਦੀ ਸ਼ਕਤੀ ਨਹੀਂ ਕਦੇ ਪਾ ਸਕਦਾ। ਭਾਵੇਂ ਤਨ ਕਰਕੇ ਵੀ ਮਹਾਰਾਜ ਸੱਚੇ ਪਾਤਸ਼ਾਹ ਜੀ ਤੋਂ ਬੇਮੁਖ ਹੈ, ਜਾਂ ਤਨ ਕਰਕੇ ਭਾਵੇਂ ਗੁਰੂ ਵਾਲਾ ਬਣ ਗਿਆ, ਪਰ ਫਿਰ ਵੀ ਮਨ ਕਰਕੇ ਬੇਮੁਖ ਹੋ ਕਰਕੇ ਰਹਿੰਦਾ ਹੈ। ਸਤਿਗੁਰੂ ਜੀ ਦੇ ਸਨਮੁਖ ਨਹੀਂ ਹੁੰਦਾ, ਮਨ ਕਰਕੇ ਸਤਿਗੁਰੂ ਜੀ ਦਾ ਉਪਦੇਸ਼ ਗ੍ਰਹਿਣ ਨਹੀਂ ਕਰਦਾ, ਸਤਿਗੁਰੂ ਜੀ ਦੀ ਸਿੱਖਿਆ ਨੂੰ ਹਿਰਦੇ ਅੰਦਰ ਧਾਰਨ ਨਹੀਂ ਕਰਦਾ, ਤਾਂ ਵੀ ਸਤ ਸੰਗਤ ਜੀ ਓੰਕਾਰ ਦੀ ਸ਼ਕਤੀ ਨੂੰ ਨਹੀਂ ਪਾਇਆ ਜਾ ਸਕਦਾ। ਇਸ ਲਈ ਹਜ਼ੂਰ ਨੇ ਬਖਸ਼ਿਸ਼ ਕੀਤੀ ਹੈ ਸਤਿਗੁਰ ਪ੍ਰਸਾਦ। ਸਤਿਗੁਰੂ ਜੀ ਦੀ ਕਿਰਪਾ ਦੁਆਰਾ ਗੁਰੂ ਕਿਰਪਾ ਦੇ ਪਾਤਰ ਬਣ ਕੇ ਤਾਂ ਇੱਕ ਅਕਾਲ ਪੁਰਖ ਵਾਹਿਗੁਰੂ ਜੀ ਦੇ ਸਰੂਪ ਨੂੰ ਪਾਈਦਾ ਹੈ। ਆਸਾ ਸ੍ਰੀ ਕਬੀਰ ਜੀਓ ਕੇ ਚੌਪਦੇ ਇੱਕ ਤੁਕੇ। ਆਸਾ ਰਾਗ ਹੈ ਸ੍ਰੀ ਸ਼੍ਰੋਮਣੀ ਭਗਤ ਕਬੀਰ ਸਾਹਿਬ ਜੀ ਦੀ ਰਚਨਾ ਤੋਂ ਉਚਾਰਨ ਕੀਤੇ ਹੋ ਪਾਵਨ ਸ਼ਬਦ। ਚੌਪਦੇ ਤੋਂ ਭਾਵ ਚਾਰ ਚਾਰ ਪਦਿਆਂ ਵਾਲੇ ਸ਼ਬਦ ਹਨ। ਚਾਰ ਚਾਰ ਪੌੜੀਆਂ ਵਾਲੇ ਸ਼ਬਦ ਆਉਣਗੇ। ਪਹਿਲਾਂ ਦੋ ਪਦੇ ਦੋ ਦੋ ਪੌੜੀਆਂ ਵਾਲੇ ਸ਼ਬਦ ਆਏ ਸਨ। ਹੁਣ ਚਾਰ ਪਦਿਆਂ ਵਾਲੇ ਸ਼ਬਦ ਉਚਾਰਨ ਕਰ ਰਹੇ ਨੇ। ਇੱਕ ਤੁਕੇ ਭਾਵ ਸੂਖਮ ਛੋਟੀਆਂ ਦੋ ਦੋ ਪੰਕਤੀਆਂ ਨੂੰ ਇੱਕ ਤੁਕਾ ਇੱਕ ਇੱਕ ਤੁਕ ਲੈ ਕਰਕੇ ਉਚਾਰਨ ਕੀਤਾ ਹੈ। ਇਉਂ ਗਰੀਬ ਨਵਾਜ਼ ਮਹਾਰਾਜ ਸਾਹਿਬ ਜੀ ਨੇ ਭਗਤ ਰਸਨਾ ਦੁਆਰਾ ਪਹਿਲਾਂ ਅਕਾਲ ਪੁਰਖ ਪਰਮੇਸ਼ਰ ਦਾ ਨਿਰਦੇਸ਼ਕ ਮੰਗਲ ਕੀਤਾ ਹੈ। ਭਗਤ ਕਬੀਰ ਸਾਹਿਬ ਜੀ ਪਾਵਨ ਗੁਰਬਾਣੀ ਅੰਦਰ ਬਖਸ਼ਿਸ਼ ਕਰਦੇ ਹਨ। ਸਾਨਕ ਸਨੰਦ ਅੰਤ ਨਹੀਂ ਪਾਇਆ। ਕੋਈ ਪ੍ਰੇਮੀ ਚੱਲ ਕੇ ਆਏ ਨੇ ਭਗਤ ਜੀ ਦੇ ਪਾਸ, ਬੇਨਤੀ ਕਰਦੇ ਨੇ ਮਹਾਰਾਜ, ਜਿਵੇਂ ਮਾਈਆਂ ਬੀਬੀਆਂ ਮੱਖਣ ਕੱਢਣ ਦੇ ਵਾਸਤੇ ਦਹੀਂ ਨੂੰ ਰਿੜਕਦੀਆਂ ਨੇ ਜਾਗ ਲਾ ਕੇ, ਤੇ ਫਿਰ ਉਹਦੇ ਤੋਂ ਮੱਖਣ ਕੱਢਿਆ ਜਾਂਦਾ। ਔਰ ਇਸ ਪ੍ਰਕਾਰ ਕਈ ਵਾਰ ਤਾਂ ਠੰਡਾ ਰਹਿ ਜਾਵੇ ਤੇ ਮੱਖਣ ਨਿਕਲਦਾ ਹੀ ਨਹੀਂ, ਸਹਿਜੇ ਸਹਿਜ ਬੀਬੀਆਂ ਲੱਗੀਆਂ ਹੁੰਦੀਆਂ। ਜੇ ਕੱਢਣ ਦਾ ਯਤਨ ਕਰੇ ਤੇ ਮੱਖਣ ਨਹੀਂ ਨਿਕਲਦਾ ਜਦੋਂ ਠੰਡਾ ਹੋ ਜਾਂਦਾ। ਤੇ ਜੇ ਕਈ ਵਾਰ ਬਹੁਤ ਜ਼ਿਆਦਾ ਤੇਜ਼ੀ ਦੇ ਨਾਲ ਰਿੜਕਣਾ ਪਾ ਕਰਕੇ ਰਿੜਕਿਆ ਜਾਵੇ ਤੇ ਫਿਰ ਘਿਓ ਬਣ ਕਰਕੇ ਤਰਲ ਬਣ ਕੇ ਵਿੱਚੇ ਮਿਕਸ ਹੋ ਜਾਂਦਾ, ਮਿਲ ਜਾਂਦਾ ਹੈ, ਉਹ ਤਾਂ ਵੀ ਸਾਧ ਸੰਗਤ ਜੀ ਮੱਖਣ ਨਹੀਂ ਨਿਕਲਦਾ। ਮੱਖਣ ਦਾ ਪੇੜਾ ਤਾਂ ਨਿਕਲਦਾ ਹੈ ਰਿੜਕਣੇ ਕਰਕੇ ਜੇ ਸਹਿਜੇ ਸਹਿਜੇ ਉਹਨੂੰ ਮੱਥਿਆ ਜਾਵੇ, ਬੜੇ ਸਹਿਜ ਦੇ ਨਾਲ ਜੇਕਰ ਉਹਦਾ ਮਥਨ ਕੀਤਾ ਜਾਵੇ। ਤੇ ਜਦੋਂ ਪ੍ਰੇਮੀਆਂ ਨੇ ਬੇਨਤੀ ਕੀਤੀ ਹੈ ਭਗਤ ਕਬੀਰ ਸਾਹਿਬ ਜੀ
ਐਸਾ ਅਲੰਕਾਰ ਬਣਾ ਕੇ ਸਾਨੂੰ ਉਪਦੇਸ਼ ਬਖਸ਼ਿਸ਼ ਕਰੋ ਕਿ ਵਾਹਿਗੁਰੂ ਜੀ ਦੇ ਸਰੂਪ ਰੂਪੀ ਜੋ ਮੱਖਣ ਦਾ ਪੇੜਾ ਹੈ ਉਹ ਕਿਵੇਂ ਪ੍ਰਾਪਤ ਹੁੰਦਾ ਹੈ, ਜਾਂ ਵਾਹਿਗੁਰੂ ਦੀ ਪ੍ਰਾਪਤੀ ਦਾ ਗਿਆਨ ਰੂਪੀ ਜੋ ਮੱਖਣ ਦਾ ਪੇੜਾ ਹੈ ਉਸ ਨੂੰ ਕਿਵੇਂ ਪਾਇਆ ਜਾ ਸਕਦਾ ਹੈ। ਕਿਉਂਕਿ ਸੰਸਾਰ ਦੇ ਅੰਦਰ ਕੋਈ ਕਿਸੇ ਢੰਗ ਦੇ ਨਾਲ ਪਰਮੇਸ਼ਰ ਦੀ ਸਿਫਤਾਂ ਕਰਦਾ, ਕੋਈ ਕਿਸੇ ਢੰਗ ਦੇ ਨਾਲ ਪ੍ਰਮਾਤਮਾ ਦਾ ਨਾਮ ਜਪਦਾ। ਆਪ ਕਿਰਪਾ ਕਰਕੇ ਸਾਨੂੰ ਬਖਸ਼ਿਸ਼ ਕਰਕੇ ਸਮਝਾਵੋ। ਫਿਰ ਇਹ ਪਾਵਨ ਸ਼ਬਦ ਉਚਾਰਨ ਕਰਕੇ ਭਗਤ ਕਬੀਰ ਸਾਹਿਬ ਜੀ ਨੇ ਉਪਦੇਸ਼ ਬਖਸ਼ਿਆ ਹੈ। ਸਨਕ ਸਨੰਦ ਅੰਤ ਨਹੀਂ ਪਾਇਆ। ਪਹਿਲਾਂ ਕਹਿੰਦੇ ਹਨ ਕਿ ਬ੍ਰਹਮਾ ਜੀ ਦੇ ਪੁੱਤਰ ਸਨਕ ਸਨੰਦਨ, ਸਨਕ ਸਨੰਦ, ਸਨਾਤਨ ਤੇ ਸੰਤ ਕੁਮਾਰ, ਇਹ ਚਾਰ ਬ੍ਰਹਮਾ ਦੇ ਪੁੱਤਰ ਹਨ। ਸਾਧ ਸੰਗਤ ਜੀ ਬੜੀ ਬੰਦਗੀ ਕੀਤੀ ਇਹਨਾਂ ਚਾਰ ਬ੍ਰਹਮਾ ਪੁੱਤਰਾਂ ਨੇ, ਔਰ ਜੀਵਨ ਦੇ ਵਿੱਚ ਇਹਨਾਂ ਦੇ ਇਹ ਮਿਲਦਾ ਹੈ ਕਿ 5 ਸਾਲ ਦੀ ਆਰਬਲਾ ਰੱਖੀ ਸੀ ਭਗਵਾਨ ਤੋਂ, ਤਪੱਸਿਆ ਕਰ ਕਰਕੇ ਇਹਨਾਂ ਨੇ ਵਰਦਾਨ ਮੰਗਿਆ ਸੀ, ਔਰ ਅਲਪ ਨੰਗੇ ਰਹਿੰਦੇ ਸੀ, ਤਨ ਤੇ ਕੱਪੜਾ ਨਹੀਂ ਸੀ ਕੋਈ ਵੀ ਧਾਰਨ ਕਰਕੇ ਰੱਖਦੇ। 5 ਸਾਲ ਦੀ ਆਰਬਲਾ ਇਸ ਕਰਕੇ ਮੰਗੀ ਸੀ ਕਿ ਛੋਟੀ ਉਮਰ ਦੇ ਵਿੱਚ ਕੋਈ ਮਨ ਵਿੱਚ ਵਿਕਾਰ ਨਹੀਂ ਪੈਦਾ ਹੁੰਦਾ। ਛੋਟੀ ਆਰਬਲਾ ਹੋਵੇ ਤੇ ਮਨ ਵਿੱਚ ਕੋਈ ਮੰਦਾ ਫੁਰਨਾ ਨਹੀਂ ਪੈਦਾ ਹੁੰਦਾ। ਇਸ ਲਈ 5 ਸਾਲ ਦੀ ਆਰਬਲਾ ਹੀ ਭਗਵਾਨ ਤੋਂ ਇਹ ਵਰਦਾਨ ਮੰਗਿਆ ਸੀ। ਤੇ ਕਹਿੰਦੇ ਹਨ ਕਿ ਕਿੰਨੀ ਤਪੱਸਿਆ ਕੀਤੀ ਹੈ ਭਗਵਾਨ ਦੀ। ਗੁਰੂ ਕਲਗੀਧਰ ਪਿਤਾ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸਾਹਿਬ ਜੀ ਨੇ ਅਕਾਲ ਉਸਤਤ ਪਾਵਨ ਬਾਣੀ ਅੰਦਰ ਵਚਨ ਕਹੇ ਹਨ। ਕਹਿੰਦੇ ਹਨ ਸੰਤ ਕੁਮਾਰ ਕੀ ਤਪੱਸਿਆ ਅਨੰਤ ਹੈ, ਕਿ ਜਿਹੜੇ ਚਾਰੇ ਜਿਹੜੇ ਬ੍ਰਹਮਾ ਪੁੱਤਰ ਹਨ, ਸਨਕ ਸਨੰਦਨ, ਸਨਾਤਨ ਤੇ ਸੰਤ ਕੁਮਾਰ, ਇੰਨੀ ਜ਼ਿਆਦਾ ਤਪੱਸਿਆ ਕੀਤੀ ਇਹਨਾਂ ਨੇ, ਘਾਲਣਾ ਘਾਲ ਕੇ ਕਿ ਕੋਈ ਅੰਤ ਹੀ ਨਹੀਂ ਪੈਂਦਾ। ਬਹੁਤਾ ਲੰਬੇਰਾ ਸਮਾਂ ਇਹਨਾਂ ਨੇ ਤਪੱਸਿਆ ਕੀਤੀ ਸੀ। ਕਿਉਂਕਿ ਇੱਕ ਵਾਰ ਇਹਨਾਂ ਦੇ ਪਿਤਾ ਬ੍ਰਹਮਾ ਨੇ ਕਿਹਾ, ਐ ਪੁੱਤਰੋ ਤੁਸੀਂ ਹੁਣ ਰਾਜ ਭਾਗ ਸਾਂਭ ਲਓ, ਮੈਂ ਤਪੱਸਿਆ ਕਰਨੀ ਚਾਹੁੰਦਾ। ਤੁਸੀਂ ਰਾਜ ਭਾਗ ਸਾਂਭ ਲਓ, ਮੈਂ ਜੰਗਲ ਵਿੱਚ ਜਾ ਕੇ ਤਪੱਸਿਆ ਕਰਾਂਗਾ। ਤੇ ਸਾਧ ਸੰਗਤ ਜੀ ਕਹਿਣ ਲੱਗੇ, ਪਿਤਾ ਜੀ ਵਿਚਾਰ ਕੇ ਦੱਸਾਂਗੇ। ਜਦੋਂ ਵਿਚਾਰ ਕੀਤੀ ਚੌਹਾਂ ਪੁੱਤਰਾਂ ਨੇ ਤੇ ਕਹਿਣ ਲੱਗੇ ਕਿ ਸਾਡਾ ਪਿਤਾ ਪਤਾ ਨਹੀਂ ਕਿਸ ਗੱਲ ਤੋਂ ਰਾਜ ਭਾਗ ਛੱਡਣਾ ਚਾਹੁੰਦਾ ਹੈ। ਤੇ ਜੇ ਤਪੱਸਿਆ ਦੇ ਵਿੱਚ ਹੀ ਬਹੁਤਾ ਆਨੰਦ ਹੈ, ਤਪੱਸਿਆ ਕਰਕੇ ਹੀ ਆਤਮਿਕ ਸੁੱਖ ਮਿਲਦਾ, ਪਰਮਾਤਮਾ ਦੀ ਬੰਦਗੀ ਕਰਕੇ ਹੀ ਹਿਰਦੇ ਕਰਕੇ ਆਨੰਦ ਮਿਲਦਾ, ਤੇ ਫਿਰ ਅਸੀਂ ਰਾਜ ਭਾਗ ਨੂੰ ਕੀ ਕਰਨਾ। ਸਾਧ ਸੰਗਤ ਜੀ ਭਗਵਾਨ ਤੋਂ ਵਰਦਾਨ ਲੈ ਕੇ 5 ਸਾਲ ਦੀ ਆਰਬਲਾ ਦਾ ਤੇ ਲੰਬੇਰਾ ਸਮਾਂ ਤਪੱਸਿਆ ਹੀ ਕਰਦੇ ਰਹੇ ਸਨ ਬ੍ਰਹਮਾ ਦੇ 4ਵੇਂ ਪੁੱਤਰ। ਤੇ ਜਵਾਬ ਵੀ ਨਹੀਂ ਸੀ ਦਿੱਤਾ ਕਿ ਇਹ ਪਿਤਾ ਅਸੀਂ ਤਪੱਸਿਆ ਕਰਨੀ ਹੈ, ਸਾਨੂੰ ਇਹ ਤਪੱਸਿਆ ਚੰਗੀ ਲੱਗਦੀ ਹੈ। ਇਸ ਪ੍ਰਕਾਰ ਸਤਿਗੁਰੂ ਜੀ ਭਗਤ ਰਸਨਾ ਦੁਆਰਾ ਬਖਸ਼ਿਸ਼ ਕਰਦੇ ਨੇ, ਸਨਕ ਸਨੰਦ ਅੰਤ ਨਹੀਂ ਪਾਇਆ। ਕਹਿੰਦੇ ਹਨ ਕਿ ਭਾਵੇਂ ਸਨਕ ਹੈ, ਸਨੰਦਨ ਹੈ, ਸਨਾਤਨ ਤੇ ਸੰਤ ਕੁਮਾਰ 4ਵੇਂ ਪੁੱਤਰ ਹਨ ਬ੍ਰਹਮਾ ਦੇ, ਇਹਨਾਂ ਵੀ ਪਰਮੇਸ਼ਰ ਦੇ ਸਰੂਪ ਦਾ ਅੰਤ ਨਹੀਂ ਪਾਉਣਾ ਕੀਤਾ। ਭਾਵੇਂ ਤਪੱਸਿਆ ਅਨੰਤ ਕੀਤੀ ਜਿਹਦਾ ਕੋਈ ਅੰਤ ਨਹੀਂ ਪੈਂਦਾ, ਇੰਨਾ ਲੰਬੇਰਾ ਸਮਾਂ ਤਪੱਸਿਆ ਕੀਤੀ ਹੈ, ਪਰ ਵਾਹਿਗੁਰੂ ਜੀ ਦੇ ਸਰੂਪ ਦਾ ਨਹੀਂ ਕਦੇ ਵੀ ਕਿਸੇ ਨੇ ਅੰਤ ਪਾਇਆ। ਕਿਉਂਕਿ ਹੈ ਹੀ ਉਹ ਪਰਮੇਸ਼ਰ ਬੇਅੰਤ ਹੈ। ਨਾ ਗੁਣਾ ਕਰਕੇ, ਨਾ ਗਿਆਨ ਕਰਕੇ, ਨਾ ਸ਼ਕਤੀਆਂ ਕਰਕੇ ਕਿਸੇ ਵੀ ਪੱਖ ਤੋਂ ਪਰਮਾਤਮਾ ਜੀ ਦੇ ਸਰੂਪ ਦਾ ਅੰਤ ਨਹੀਂ ਪਾਇਆ ਜਾ ਸਕਦਾ। ਮਹਾਰਾਜ ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦੇ ਵਚਨ ਪੜ੍ਹਦੇ ਹਾਂ, ਅੰਤ ਨਾ ਸਿਫਤੀ ਕਹਿਣ ਨਾ ਅੰਤ, ਅੰਤ ਨਾ ਕਰਨਾ ਦੇਣ ਨਾ ਅੰਤ, ਅੰਤ ਨਾ ਵੇਖਣ ਸੁਣਨ ਨਾ ਅੰਤ, ਅੰਤ ਨਾ ਜਾਪੈ ਕਿਆ ਮਨ ਮੰਤ, ਅੰਤ ਨਾ ਜਾਪੈ ਕੀਤਾ ਆਕਾਰ, ਅੰਤ ਨਾ ਜਾਪੈ ਪਾਰਾਵਾਰ। ਉਸ ਵਾਹਿਗੁਰੂ ਜੀ ਦੇ ਸਰੂਪ ਦਾ ਅੰਤ ਨਹੀਂ ਕੋਈ ਪਾ ਸਕਦਾ ਕਿਸੇ ਵੀ ਪੱਖ ਤੋਂ। ਕਿੰਨੇ ਵਿਰਲਾਪ ਕਰ ਕਰਕੇ ਥੱਕ ਹਾਰ ਗਏ ਨੇ ਸੰਸਾਰ ਦੇ ਅੰਦਰ। ਅੰਤ ਕਾਰਨ ਕੀਤੇ ਬਿਲ ਲਾਹੇ ਤਾਂ ਕਿ ਅੰਤ ਨਾ ਪਾਏ ਜਾਹੇ। ਨਹੀਂ ਪਾਇਆ ਜਾ ਸਕਦਾ ਵਾਹਿਗੁਰੂ ਜੀ ਦੇ ਸਰੂਪ ਦੇ ਅੰਤ ਨੂੰ। ਮਹਾਰਾਜ ਕਹਿੰਦੇ ਭਾਵੇਂ ਬ੍ਰਹਮਾ ਦੇ 4ਵੇਂ ਪੁੱਤਰ ਹਨ, ਇਹ ਪ੍ਰੇਮੀ ਜਨ, ਉਹਨਾਂ ਵੀ ਵਾਹਿਗੁਰੂ ਜੀ ਦੇ ਸਰੂਪ ਦਾ ਅੰਤ ਨਹੀਂ ਪਾਇਆ। ਵੇਦ ਪੜੇ ਪੜ ਬ੍ਰਹਮੇ ਜਨਮ ਗਵਾਇਆ। ਫਿਰ ਦੇਖ ਲਓ ਚਾਰੇ ਵੇਦ ਬ੍ਰਹਮੇ ਕੋ ਦੀਏ,
4 ਵੇਦ ਬ੍ਰਹਮਾ ਨੂੰ ਦਿੱਤੇ ਪਰਮਾਤਮਾ ਨੇ ਪੜ੍ਹਨ ਵਾਸਤੇ, ਵਿਚਾਰਨ ਦੇ ਵਾਸਤੇ। ਪਰ ਇਹਨਾਂ ਵੇਦਾਂ ਨੂੰ ਪੜ੍ਹ ਕੇ ਪਰਮੇਸ਼ਰ ਦੇ ਸਰੂਪ ਦੀ ਪ੍ਰਾਪਤੀ ਨਹੀਂ ਕਰ ਸਕੇ। ਜਿਹੜਾ ਆਪਣਾ ਮਿਲਿਆ ਹੋਇਆ ਜਨਮ ਸੀ ਨਾ ਪਰਮਾਤਮਾ ਦੇ ਵੱਲ, ਉਹ ਵੀ ਅਜਾਈਂ ਗਵਾ ਦਿੱਤਾ ਹੈ। ਇਸ ਪ੍ਰਕਾਰ ਹਜੂਰ ਕਹਿੰਦੇ ਹਨ, ਵੇਦ ਪੜ੍ਹੇ ਪੜ੍ਹ ਬ੍ਰਹਮੇ ਜਨਮ ਗਵਾਇਆ। ਆਪਣਾ ਜਨਮ ਅਜਾਈਂ ਗਵਾ ਲੈਣਾ ਕੀਤਾ ਹੈ ਕਲੰਕ ਲਗਾ ਕਰਕੇ। ਜਿਵੇਂ ਭਾਈ ਗੁਰਦਾਸ ਸਾਹਿਬ ਜੀ ਨੇ ਵਚਨ ਲਿਖੇ ਹਨ, ਕਹਿੰਦੇ ਹਨ ਕਿ ਦੇਖ ਸੁਰਸਤੀ ਮੋਹ ਲੁਭਾਣਾ। ਭਾਵੇਂ 4 ਵੇਦਾਂ ਨੂੰ ਪੜ੍ਹਨ ਵਾਲਾ ਬ੍ਰਹਮਾ, ਪਰ ਆਪਣੀ ਜਿਹੜੀ ਸਪੁੱਤਰੀ ਸੁਰਸਤੀ ਸੀ ਨਾ, ਤਿਲੋਤਮਾ ਜੀ ਦਾ ਨਾਮ ਸੀ ਪਹਿਲਾ ਨਾਮ। ਇੰਨੀ ਸੁੰਦਰਤਾ ਵਾਲੀ ਸੀ, ਉਹਦਾ ਸਰੂਪ ਦੇਖ ਕਰਕੇ ਮਨ ਡਾਵਾਂਡੋਲ ਹੋ ਗਿਆ ਸੀ। ਇਹ ਦਾਗ ਲੱਗ ਗਿਆ ਜੀਵਨ ਦੇ ਅੰਦਰ। ਇਸ ਕਰਕੇ ਕਹਿੰਦੇ ਹਨ, ਆਪਣਾ ਜੀਵਨ 4 ਵੇਦਾਂ ਨੂੰ ਪੜ੍ਹ ਕੇ ਵੀ ਅਜਾਈਂ ਗਵਾ ਦਿੱਤਾ। ਔਰ ਸਾਧ ਸੰਗਤ ਜੀ, ਇਸੇ ਪ੍ਰਕਾਰ ਇਸੇ ਹੀ 2 ਪੰਕਤੀਆਂ ਦੇ ਹੋਰ ਵੀ ਪੰਡਿਤ ਤਾਰਾ ਸਿੰਘ ਜੀ ਨੇ ਜੋ ਅਰਥ ਕੀਤੇ ਹਨ, ਮਹਾਨ ਪੰਥ ਦੇ ਵਿਦਵਾਨ ਹਨ। ਫਿਰ ਪ੍ਰਾਰੰਭ ਤੋਂ ਪੜੋ ਜੀ। ਸਾਨਕ ਸਨੰਦ ਅੰਤ ਨਹੀਂ ਪਾਇਆ। ਕਹਿੰਦੇ ਹਨ ਕਿ ਪਰਮਾਤਮਾ ਦੀ ਇੰਨੀ ਜ਼ਿਆਦਾ ਤਪੱਸਿਆ ਕੀਤੀ ਹੈ, ਇੰਨੀ ਬੰਦਗੀ ਕੀਤੀ ਇਹਨਾਂ ਬ੍ਰਹਮਾ ਦੇ 4 ਪੁੱਤਰਾਂ ਨੇ, ਅੰਤ ਨਹੀਂ ਪਾਇਆ। ਅੰਤ ਸਮੇਂ ਕਾਲ ਨੂੰ ਨਹੀਂ ਪਾਉਣਾ ਕੀਤਾ, ਭਾਵ ਮੌਰ ਦੇ ਮੂੰਹ ਵਿੱਚ ਨਹੀਂ ਪਾਏ। ਪਰਮਾਤਮਾ ਦੀ ਸਿਫਤ ਕਰਨੇ ਕਰਕੇ, ਪਰਮੇਸ਼ਰ ਦਾ ਭਜਨ ਬੰਦਗੀ ਕਰਨੇ ਕਰਕੇ, ਵਾਹਿਗੁਰੂ ਦਾ ਸਿਮਰਨ ਕਰੀਏ ਤੇ ਅੰਤ ਸਮੇਂ ਫਿਰ ਮੌਰ ਦੇ ਮੂੰਹ ਵਿੱਚ ਨਹੀਂ ਪੈਣਾ ਪੈਂਦਾ। ਜੇ ਮਨੁੱਖ ਮੌਰ ਦੇ ਅਧੀਨ ਹੋ ਜਾਂਦਾ, ਕਾਲ ਦੇ ਅਧੀਨ ਹੋ ਜਾਂਦਾ, ਫਿਰ ਪੁਨਰ ਬਾਰ-ਬਾਰ ਜੀਵ ਦਾ ਜਨਮ ਹੁੰਦਾ ਹੈ। ਪਰ ਮਹਾਰਾਜ ਕਹਿੰਦੇ ਅੰਤ ਨਹੀਂ ਪਾਇਆ। ਅੰਤ ਸਮੇਂ ਮੌਤ ਨੂੰ ਨਹੀਂ ਪ੍ਰਾਪਤ ਹੋਣਾ ਕੀਤਾ। ਅੰਤ ਸਮੇਂ ਪਰਮੇਸ਼ਰ ਦਾ ਭਜਨ ਕਰ ਕਰਕੇ ਜੀਵਨ ਸਫਲਾ ਬਣਾ ਲਿਆ ਸੀ। ਵੇਦ ਪੜ੍ਹੇ ਪੜ੍ਹ ਬ੍ਰਹਮੇ ਜਨਮ ਗਵਾਇਆ। ਫਿਰ ਕਹਿਣ ਲੱਗੇ, ਬ੍ਰਹਮਾ ਜੀ ਨੇ ਵੀ ਜਿਹੜਾ ਦੇਹ ਅਧਿਆਸ ਦਾ ਪੜ੍ਹਦਾ ਪਿਆ ਹੋਇਆ ਸੀ, ਉਹਨੂੰ ਪਾੜ ਦਿੱਤਾ, ਜਿਸ ਕਰਕੇ ਜਨਮ ਗਵਾਇਆ। ਜੰਮਣ ਤੇ ਮਰਨ ਦਾ ਜਿਹੜਾ ਬਾਰ-ਬਾਰ ਗੇੜਾ ਬਣਿਆ ਹੋਇਆ ਸੀ, ਉਸ ਨੂੰ ਗਵਾ ਦਿੱਤਾ, ਅਭਾਵ ਕਰ ਦਿੱਤਾ। ਇਸ ਪ੍ਰਕਾਰ ਕਹਿੰਦੇ, ਜੇ ਹਿਰਦੇ ਹੋ ਕੇ ਪਰਮਾਤਮਾ ਦਾ ਸਿਮਰਨ ਕਰੇ, ਪਰਮੇਸ਼ਰ ਦੀ ਭਜਨ ਬੰਦਗੀ ਕਰੇ, ਫਿਰ ਦੇਹ ਅਧਿਆਸ ਦੇ ਪਰਦੇ ਨੂੰ ਪਾੜ ਕਰਕੇ, ਅਭਾਵ ਕਰਕੇ ਵਾਹਿਗੁਰੂ ਦੇ ਸਰੂਪ ਨੂੰ ਪ੍ਰਾਪਤ ਹੋ ਜਾਈਦਾ ਹੈ। ਹਰ ਕਾ ਬਿਲੋਬਨਾ ਬਿਲੋਬਹੁ ਮੇਰੇ ਭਾਈ। ਹੁਣ ਜਿਹੜਾ ਸਵਾਲ ਕੀਤਾ ਸੀ ਪ੍ਰੇਮੀ ਜਨਾਂ ਨੇ ਸਾਹਿਬ ਕਬੀਰ ਜੀ ਦੇ ਕੋਲ, ਕਹਿਣ ਲੱਗੀ ਸਨ ਕਿ ਪਰਮੇਸ਼ਰ ਦੀ ਪ੍ਰਾਪਤੀ ਦਾ ਜਿਹੜਾ ਮੱਖਣ ਦਾ ਪੇੜਾ ਕਿਤੇ ਵੀ ਪ੍ਰਾਪਤ ਕਰੀਦਾ। ਕਹਿਣ ਲੱਗੇ ਹਨ, ਹਰ ਕਾ ਬਿਲੋਬਨਾ ਬਿਲੋਬਹੁ ਮੇਰੇ ਭਾਈ। ਹੇ ਭਾਈ ਜਨੋ, ਇਹ ਪ੍ਰੇਮੀ ਜਨੋ, ਪਰਮੇਸ਼ਰ ਦੇ ਪਿਆਰੇ ਜਨੋ, ਅਕਾਲ ਪੁਰਖ ਵਾਹਿਗੁਰੂ ਜੀ ਦੇ ਸਰੂਪ ਦਾ ਜਿਹੜਾ ਬਿਲੋਬਨਾ ਮਥਨ ਕਰਨਾ ਹੈ, ਪਰਮੇਸ਼ਰ ਦੀ ਸਰੂਪ ਦੀ ਪ੍ਰਾਪਤੀ ਦਾ ਜਿਹੜਾ ਬਿਲੋਬਨਾ ਮੰਥਨ ਕਰਨਾ ਹੈ, ਇਸ ਢੰਗ ਦੇ ਨਾਲ ਕਰਨਾ ਕਰੋ। ਸਹਿਜ ਬਿਲੋਬਹੁ ਜੈਸੇ ਤਤ ਨਾ ਜਾਈ। ਕਹਿੰਦੇ ਹਨ, ਬੜੀ ਸਹਿਜ ਅਵਸਥਾ ਦੇ ਵਿੱਚ ਬਿਲੋਬਨਾ ਕਰੋ। ਪਰਮੇਸ਼ਰ ਦੇ ਸਰੂਪ ਦੀ ਵਿਚਾਰ ਕਰਨੀ ਹੈ ਬੜੇ ਸਹਿਜ ਅਵਸਥਾ ਦੇ ਵਿੱਚ, ਕਾਲੇਪਨ ਵਿੱਚ ਨਹੀਂ ਹੈ। ਸਾਧ ਸੰਗਤ ਜੀ, ਕੋਈ ਦੁਨਿਆਵੀ ਕਾਰਜ ਵੀ ਬੜੇ ਧਿਆਨ ਦੇ ਨਾਲ ਕਰਨ ਵਾਲਾ ਹੋਵੇ ਨਾ, ਉਹਦੇ ਵਿੱਚ ਮਨੁੱਖ ਕਾਹਲਾ ਨਹੀਂ ਪੈਂਦਾ। ਕਿਹਾ ਜਾਂਦਾ ਜੀ ਬੜੀ ਸਹਿਜ ਦੇ ਨਾਲ ਇਹ ਕਾਰਜ ਕਰਨ ਵਾਲਾ ਹੈ, ਇਸ ਕੰਮ ਨੂੰ ਧਿਆਨ ਦੇ ਨਾਲ ਤੇ ਬੜੀ ਇਹ ਸਹਿਜ ਅਵਸਥਾ ਦੇ ਵਿੱਚ ਕਰਾਂਗਾ ਤਾਂ ਮੈਨੂੰ ਸਫਲਤਾ ਪ੍ਰਾਪਤ ਹੋਵੇਗੀ। ਉਹ ਤਾਂ ਸਾਧ ਸੰਗਤ ਜੀ ਮਾਇਕੀ ਤੇ ਦੁਨਿਆਵੀ ਕੰਮ ਹੈ, ਤੇ ਪਰਮੇਸ਼ਰ ਦੀ ਪ੍ਰਾਪਤੀ ਦੀ ਜਿਹੜੀ ਇਹ ਸਾਧ ਸੰਗਤ ਜੀ ਵਾਹਿਗੁਰੂ ਦੀ ਪ੍ਰਾਪਤੀ ਦਾ ਕਾਰਜ ਹੈ, ਬੜੀ ਸੂਖਮ ਕਲਾ ਹੈ। ਇਹਦੇ ਵਿੱਚ ਕਿੰਨੀ ਕੁ ਸਹਿਜ ਦੀ ਲੋੜ ਹੈ, ਕਿੰਨੀ ਕੁ ਧਿਆਨ ਦੀ ਇਕਾਗਰਤਾ ਦੀ ਲੋੜ ਹੈ, ਅੰਦਾਜ਼ਾ ਵੀ ਨਹੀਂ ਲਗਾਇਆ ਜਾ ਸਕਦਾ। ਇਸ ਲਈ ਭਗਤ ਕਬੀਰ ਸਾਹਿਬ ਜੀ ਨੇ ਉਚਾਰਨ ਕੀਤਾ, ਸਹਿਜ ਬਿਲੋਬਹੁ ਜੈਸੇ ਤਤ ਨਾ ਜਾਈ। ਕਹਿੰਦੇ ਕਿ ਜਿਸ ਕਰਕੇ ਸਰੂਪ ਰੂਪੀ ਜਿਹੜਾ ਤਤ ਮੱਖਣ ਦਾ ਪੇੜਾ ਕਿਤੇ ਅਜਾਈ ਨਾ ਚਲਾ ਜਾਵੇ। ਕਾਲੀ ਦੇ ਨਾਲ ਨਹੀਂ ਮੰਥਨ ਕਰਨਾ, ਕਾਲੀ ਦੇ ਨਾਲ ਨਹੀਂ ਰੱਬ ਦੀ ਪ੍ਰਾਪਤੀ ਕਰਨ ਵਾਸਤੇ ਯਤਨ ਕਰਨਾ। ਸਾਧ ਸੰਗਤ ਜੀ, ਇੱਕ ਤਾਂ ਉਹ ਸੰਸਾਰ ਦੇ ਜੀਵ ਹਨ, ਜਿਵੇਂ ਸਾਧ ਸੰਗਤ ਜੀ ਮਾਈਆਂ ਬੀਬੀਆਂ ਦਾ ਅਲੰਕਾਰ ਬਣਾ ਕਰਕੇ ਇਹ ਉਦਾਹਰਣ ਦੇ ਕਰਕੇ ਉਪਦੇਸ਼ ਦਿੱਤਾ ਜਾਂਦਾ ਹੈ ਕਿ ਇੱਕ ਬੀਬੀਆਂ ਉਹ ਹਨ ਜੋ ਠੰਡਾ ਹੋ ਜਾਂਦਾ ਤੇ ਮੱਖਣ ਨਿਕਲਦਾ ਨਹੀਂ, ਸਹਿਜੇ ਸਹਿਜੇ ਰਿੜਕਣ ਨਾਲੇ ਗੱਲਾਂ ਬਾਤਾਂ ਵੀ ਕਰੀ ਜਾਣੀਆਂ, ਬਹੁਤਾ ਜ਼ਿਆਦਾ ਹੀ ਸਹਿਜੇ ਕਰ ਦੇਣਾ।
ਤੇ ਸਾਧ ਸੰਗਤ ਜਿਹੜੀ ਜਿਸ ਮਲਾਈ ਨੂੰ ਜਿਵੇਂ ਜਾਗ ਲਾਈ ਹੁੰਦੀ ਹੈ ਨਾ, ਉਹ ਬਹੁਤਾ ਠੰਡਾ ਹੋ ਜਾਂਦਾ ਹੈ, ਫਿਰ ਮੱਖਣ ਨਹੀਂ ਨਿਕਲਦਾ। ਤੇ ਇੱਕ ਉਹ ਬੀਬੀਆਂ ਹਨ ਜਿਹੜਾ ਬਹੁਤਾ ਤੇਜ਼ੀ ਦੇ ਨਾਲ ਉਸ ਨੂੰ ਰਿੜਕਣਾ ਪਾ ਕਰਕੇ ਬੜੀ ਰਫਤਾਰ ਦੇ ਨਾਲ ਰਿੜਕਣਾ, ਤੇ ਉਹ ਵੀ ਘਿਓ ਬਣ ਕੇ ਤੇ ਵਿੱਚੇ ਪਾਣੀ ਦੇ ਮਿਲ ਜਾਂਦਾ, ਪੂਰਾ ਮੱਖਣ ਦਾ ਪੇੜਾ ਨਿਕਲਦਾ ਨਹੀਂ ਹੈ। ਤੇ ਤੀਜੇ ਉਹ ਹਨ ਸਾਧ ਸੰਗਤ ਜੀ ਜਿਨ੍ਹਾਂ ਨੇ ਬੜੇ ਸਹਿਜ ਦੇ ਨਾਲ ਮੰਥਨ ਕੀਤਾ, ਰਿੜਕਣਾ ਪਾ ਕੇ ਸਹਿਜੇ ਸਹਿਜੇ ਰਿੜਕਿਆ, ਉਹਨਾਂ ਨੇ ਮੱਖਣ ਦਾ ਪੇੜਾ ਕੱਢ ਲਿਆ, ਪਾਣੀ ਵੱਖ ਕਰ ਦਿੱਤਾ। ਇਸੇ ਪ੍ਰਕਾਰ ਇੱਕ ਉਹ ਸੰਸਾਰ ਦੇ ਜਗਿਆਸੂ ਜਨ ਹਨ ਜਿਨ੍ਹਾਂ ਨੇ ਜੀਵਨ ਦੇ ਅੰਦਰ ਕਿਹਾ, ਜੇ ਭਲੇ ਪੁਰਸ਼ਾਂ ਨੇ ਕਿ ਭਲਿਆ ਪਰਮੇਸ਼ਰ ਦਾ ਸਿਮਰਨ ਕਰਿਆ ਕਰ, ਜੇ ਵਾਹਿਗੁਰੂ ਦੀ ਪ੍ਰਾਪਤੀ ਦਾ ਗਿਆਨ ਰੂਪੀ ਮੱਖਣ ਪਾਉਣਾ ਚਾਹੁੰਦਾ ਫਿਰ ਸਿਮਰਨ ਕਰਿਆ ਕਰ। ਉਹ ਜ਼ਿੰਦਗੀ ਵਿੱਚ ਟਾਲ ਮਟੋਲ ਕਰਦਿਆਂ ਹੋਇਆਂ ਨੇ ਆਪਣੀ ਜ਼ਿੰਦਗੀ ਲੰਘਾ ਦਿੱਤੀ ਹੈ। ਹੁਣ ਨਿਤਨੇਮ ਕਰਦੇ ਹਾਂ, ਕੋਈ ਬਾਅਦ ਵਿੱਚ ਕਰਦੇ ਹਾਂ, ਫਿਰ ਸਤ ਸੰਗਤ ਕਰਾਂਗੇ, ਅਜੇ ਬੜਾ ਜ਼ਿੰਦਗੀ ਦਾ ਸਮਾਂ ਹੈ। ਇਉਂ ਕਰਦਿਆਂ ਉਹਨਾਂ ਨੇ ਸਾਧ ਸੰਗਤ ਜੀ ਸਰੀਰ ਆਪਣਾ ਠੰਡਾ ਪਾ ਦਿੱਤਾ, ਭਾਵ ਕਿ ਜ਼ਿੰਦਗੀ ਲੰਘ ਗਈ ਟਾਲ ਮਟੋਲ ਕਰਦਿਆਂ ਹੋਇਆ। ਉਹ ਵਾਹਿਗੁਰੂ ਦੀ ਪ੍ਰਾਪਤੀ ਦਾ ਗਿਆਨ ਰੂਪੀ ਮੱਖਣ ਦਾ ਪੇੜਾ ਨਹੀਂ ਪ੍ਰਾਪਤ ਕਰ ਸਕੇ, ਉਹਨਾਂ ਨੂੰ ਪਰਮੇਸ਼ਰ ਦੀ ਪ੍ਰਾਪਤੀ ਨਹੀਂ ਹੋ ਸਕੀ। ਜ਼ਿੰਦਗੀ ਇਸੇ ਤਰ੍ਹਾਂ ਗੱਲਾਂ ਬਾਤਾਂ ਵਿੱਚ ਹੀ ਲੰਘ ਗਈ ਕਿ ਨਹੀਂ, ਅਜੇ ਤਾਂ ਜ਼ਿੰਦਗੀ ਸਾਡੀ ਬਹੁਤ ਲੰਬੀ ਹੈ, ਅਜੇ ਭਜਨ ਬੰਦਗੀ ਅਸੀਂ ਕੀ ਕਰਨੀ ਹੈ, ਬੁੱਢੇ ਹੋ ਕੇ ਮਾਲਾ ਫੇਰਨੀ ਹੈ। ਪਰ ਸਵਾਸ ਕੋਈ ਆਪਣੇ ਹੱਥਾਂ ਵਿੱਚ ਡੋਰ ਥੋੜ੍ਹੀ ਹੈ, ਸਵਾਸਾਂ ਦੀ ਡੋਰ ਇਹ ਪ੍ਰਮਾਤਮਾ ਦੇ ਹੱਥਾਂ ਵਿੱਚ ਹੈ। ਪਤਾ ਨਹੀਂ ਕਿਹੜੇ ਵੇਲੇ ਸਦਾ ਆ ਜਾਵੇ ਤੇ ਸੰਸਾਰ ਤੋਂ ਕੂਚ ਕਰਨਾ ਪਵੇ। ਇੱਕ ਉਹ ਐਸੇ ਜਿਹੜੇ ਟਾਲ ਮਟੋਲ ਕਰਦੇ ਹੋਏ ਸਰੀਰ ਉਹਨਾਂ ਦਾ ਠੰਡਾ ਪੈਣ ਦੀ ਤਰ੍ਹਾਂ ਸਾਧ ਸੰਗਤ ਜੀ ਸਵਾਸ ਪੂਰੇ ਹੋ ਜਾਂਦੇ ਹਨ, ਉਹ ਵੀ ਪ੍ਰਾਪਤੀ ਤੋਂ ਸਖਣੇ ਰਹਿ ਜਾਂਦੇ ਹੈ। ਦੂਜੇ ਉਹ ਹਨ ਜਿਨ੍ਹਾਂ ਦੇ ਮਨ ਵਿੱਚ ਬੜੀ ਕਾਹਲੀ ਹੁੰਦੀ ਹੈ ਤੇ ਲੰਬੇਰਾ ਸਮਾਂ ਭਾਵੇਂ ਅਭਿਆਸ ਕਰਦੇ ਹੈ, ਮਾੜੀ ਗੱਲ ਨਹੀਂ ਹੈ ਸਿਮਰਨ ਕਰਨਾ ਲੰਬੇਰਾ ਸਮਾਂ, ਚੰਗੀ ਗੱਲ ਹੈ। ਪਰ ਸਾਧ ਸੰਗਤ ਜੀ ਸਰੀਰ ਵੀ ਇੱਕ ਮਸ਼ੀਨਰੀ ਦੀ ਤਰ੍ਹਾਂ ਹੈ, ਇਹਨੂੰ ਆਰਾਮ ਵੀ ਮਿਲਣਾ ਚਾਹੀਦਾ, ਵਿਸ਼ਰਾਮ ਵੀ ਮਿਲਣਾ ਚਾਹੀਦਾ। ਠੀਕ ਹੈ, ਬੰਦਗੀ ਕਰਨ ਵਾਲੇ ਗੁਰਮੁਖਾਂ ਦੀ ਅਵਸਥਾ ਜਦੋਂ ਬਣ ਜਾਂਦੀ ਹੈ ਫਿਰ ਤਾਂ ਉਹਨਾਂ ਦੇ ਲਈ ਕਿਆ ਸਵਣਾ ਕਿਆ ਜਾਗਣਾ, ਗੁਰਮੁਖ ਤੇ ਪ੍ਰਵਾਨ। ਉਹ ਤਾਂ ਸਾਧ ਸੰਗਤ ਜੀ ਕਬੀਰ ਸੁਪਨੇ ਹੂੰ ਬਰਲਾਇਕ ਹੈ, ਸੁਪਨੇ ਦੇ ਵਿੱਚ ਬਰਲਾ ਕੇ ਵੀ ਪ੍ਰਮਾਤਮਾ ਦਾ ਸਿਮਰਨ ਕਰ ਰਹੇ ਹੁੰਦੇ ਹੈ। ਉਹਨਾਂ ਦੇ ਵਾਸਤੇ ਕੋਈ ਐਸੀ ਨਹੀਂ, ਪਰ ਜਿਸ ਮਨੁੱਖ ਨੇ ਇਸ ਰਸਤੇ ਤੇ ਅਜੇ ਕਦਮ ਧਾਰਨ ਨਹੀਂ ਕੀਤਾ ਹੋਇਆ, ਪਰਮਾਰਥ ਦਾ ਰਸਤਾ ਅਜੇ ਪਹਿਲਾ ਕਦਮ ਰੱਖਿਆ ਹੀ ਹੈ, ਪੈਂਦੀ ਸੱਟੇ ਕਹੇ ਕਿ ਮੈਂ ਹੁਣ ਲੰਬੇਰਾ ਸਮਾਂ ਜਾਪ ਕਰੀ ਜਾਵਾਂ, ਤਪੱਸਿਆ ਕਰੀ ਜਾਵਾਂ, ਬੰਦਗੀ ਕਰੀ ਜਾਵਾਂ, ਥੋੜ੍ਹਾ ਜਿੰਨਾ ਵੀ ਨਾ ਕੋਈ ਸਮੇਂ ਸਿਰ ਇਹ ਸਰੀਰ ਇਹਨੂੰ ਖੁਰਾਕ ਵੀ ਚਾਹੀਦੀ ਹੈ ਤੇ ਸਾਧ ਸੰਗਤ ਜੀ ਨੂੰ ਵਿਸ਼ਰਾਮ ਵੀ ਚਾਹੀਦਾ ਹੈ। ਤੇ ਜੇ ਸਾਧ ਸੰਗਤ ਸਮੇਂ ਸਿਰ ਖੁਰਾਕ ਤੇ ਵਿਸ਼ਰਾਮ ਨਾ ਮਿਲੇ ਤੇ ਫਿਰ ਕਈ ਵਾਰ ਦਿਮਾਗ ਦੇ ਵਿੱਚ ਵੀ ਕਮਜ਼ੋਰੀ ਪੈ ਜਾਂਦੀ ਹੈ ਤੇ ਮਨੁੱਖ ਪਾਗਲ ਵੀ ਹੋ ਜਾਂਦਾ ਹੈ। ਕਈ ਵਾਰ ਸਾਧ ਸੰਗਤ ਜੀ ਕੋਈ ਪ੍ਰੇਮੀਆਂ ਨੂੰ ਅੱਖੀਂ ਦੇਖਿਆ ਵੀ ਹੈ, ਉਹਨਾਂ ਨੇ ਇੰਨੀ ਜ਼ਿਆਦਾ ਜ਼ਿੰਦਗੀ ਵਿੱਚ ਕਾਹਲੀ ਕੀਤੀ ਹੈ ਕਿ ਬਸ ਹੁਣੇ ਹੀ ਅਸੀਂ ਪਰਮੇਸ਼ਰ ਨੂੰ ਪਾ ਲੈਣਾ। ਚੰਗੀ ਗੱਲ ਇਹ ਹੈ ਬਹੁਤਾ ਸਮਾਂ ਭਜਨ ਕਰਨਾ, ਪਰ ਜੀਵਨ ਦੇ ਵਿੱਚ ਕੋਈ ਨਿਯਮ ਵੀ ਹੋਣਾ ਬਹੁਤ ਜ਼ਰੂਰੀ ਹੈ। ਕੋਈ ਨਾ ਕੋਈ ਜ਼ਿੰਦਗੀ ਦੇ ਅੰਦਰ ਨਿਯਮ ਹੋਣਾ ਸਾਧ ਸੰਗਤ ਜੀ ਜ਼ਰੂਰੀ ਹੈ। ਇਸ ਕਰਕੇ ਕਹਿੰਦੇ ਦੂਜੇ ਪ੍ਰਕਾਰ ਦੇ ਉਹ ਸੰਸਾਰ ਦੇ ਐਸੇ ਜੀਵ ਹੈ ਜਿਨ੍ਹਾਂ ਨੇ ਬਹੁਤੀ ਕਾਹਲੀ ਕੀਤੀ ਹੈ ਤੇ ਸਰੀਰ ਜਿਹੜਾ ਸੀ ਉਹਨਾਂ ਦਾ ਸੰਸਾਰ ਦੇ ਅੰਦਰ ਕਮਜ਼ੋਰ ਹੋਣੇ ਕਰਕੇ ਦਿਮਾਗ ਜਿਹੜਾ ਸੀ, ਦਿਮਾਗ ਤੋਂ ਜਿਹੜੇ ਕਮਜ਼ੋਰ ਪੱਖ ਤੋਂ ਹੋ ਗਏ ਹਨ, ਪਾਗਲ ਹੋ ਗਏ, ਬੇਸਮਝ ਝੱਲੇ ਬਣ ਗਏ। ਉਹਨਾਂ ਨੇ ਕੋਈ ਸੁਰਤ ਬੁਰਤ ਹੀ ਨਹੀਂ ਰਹਿਣੀ ਕੀਤੀ, ਸੰਸਾਰ ਦੀ ਸੁੱਧ ਬੁੱਧ ਵਿਸਰ ਗਈ ਹੈ। ਤੇ ਜਿਸ ਕਰਕੇ ਉਹਨਾਂ ਨੇ ਬਹੁਤੀ ਕਾਹਲੀ ਕਰਨ ਕਰਕੇ ਉਹਨਾਂ ਨੂੰ ਗਿਆਨ ਰੂਪੀ ਮੱਖਣ ਦੀ ਪ੍ਰਾਪਤੀ ਨਹੀਂ ਹੋ ਸਕੀ। ਤੀਜੀ ਉਹ ਹਨ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹਨ, ਸਹਿਜ ਬਿਲੋਵਹੁ ਜੈਸੇ ਤਤ ਨਾ ਜਾਈ। ਉਹਨਾਂ ਨੇ ਬੜੇ ਅਡੋਲ ਤੇ ਸਹਿਜ ਅਵਸਥਾ ਦੇ ਵਿੱਚ ਜਿੰਨਾ ਵੀ ਸਮਾਂ ਪ੍ਰਮਾਤਮਾ ਦਾ ਸਿਮਰਨ ਕਰਦੇ ਹੈ, ਇਹ ਧਿਆਨ ਟਿਕਾ ਕੇ ਇਕਾਗਰ ਚਿੱਤ ਹੋ ਕਰਕੇ, ਹਿਰਦੇ ਹੋ ਕੇ, ਪਿਆਰ ਵਿੱਚ ਭਿੱਜ ਕੇ, ਪ੍ਰੀਤ ਰੂਪ ਰਸਨਾ ਦੇ ਨਾਲ ਮੁਖ ਤੋਂ ਵਾਹਿਗੁਰੂ 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 ਸਤਨਾਮ ਵਾਹਿਗੁਰੂ ਬੜੇ ਪਿਆਰ ਦੇ ਨਾਲ, ਪ੍ਰੀਤ ਰੂਪ ਰਸਨਾ ਦੇ ਨਾਲ ਗਾਉਂਦੇ ਹੈ ਤੇ ਸ਼ਰਧਾ ਵਿਸ਼ਵਾਸ ਰੂਪ ਕੰਨਾਂ ਦੇ ਨਾਲ ਸਰਵਣ ਕਰਦੇ ਹਨ। ਇਹ ਮਹਾਰਾਜ ਕਹਿੰਦੇ ਹਨ ਕਿ ਜੇਕਰ ਪਹਿਲਾਂ ਅਭਿਆਸ ਕਰਦਾ ਹੈ
ਇਸ ਕਰਕੇ ਸਹਿਜ ਬਿਲੋਬਹੁ ਜੈਸੇ ਤਤ ਨ ਜਾਈ। ਜੇ ਅਭਿਆਸ ਸ਼ੁਰੂ ਕੀਤਾ ਕਿ ਬਹੁਤਾ ਨਹੀਂ 5-10 ਮਿੰਟ ਥੋੜਾ ਸਮਾਂ ਧਿਆਨ ਨੂੰ ਇਕਾਗਰ ਕਰਕੇ ਜੋ ਕੁਝ ਰਸਨਾ ਤੋਂ ਬੋਲਦਾ ਪਿਆ ਉਹਨੂੰ ਕੰਨਾਂ ਦੇ ਨਾਲ ਸੁਣੇ, ਸੁਭਾਵਿਕ ਹੀ ਧਿਆਨ ਜਿਹੜੀ ਬਿਰਤੀ ਹੈ ਜੁੜਨੀ ਸ਼ੁਰੂ ਹੋ ਜਾਂਦੀ ਹੈ। ਇਸ ਪ੍ਰਕਾਰ ਭਗਤ ਕਬੀਰ ਸਾਹਿਬ ਜੀ ਕਹਿੰਦੇ ਹਨ, ਸਹਿਜ ਬਿਲੋਬਹੁ, ਹੇ ਪ੍ਰੇਮੀ ਜਨੋ, ਇੱਕ ਚਿੱਤ ਹੋ ਕਰਕੇ, ਸਹਿਜ ਅਡੋਲ ਹੋ ਕੇ, ਬੜੀ ਸ਼ਾਂਤੀ ਪੂਰਵਕ ਹੋ ਕਰਕੇ, ਕਾਲਾਪਨ ਛੱਡ ਕੇ, ਧੀਰਜਤਾ ਧਾਰਨ ਕਰਕੇ, ਹਿਰਦੇ ਹੋ ਕੇ ਸਹਿਜੇ ਸਹਿਜੇ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਜੀ ਦਾ ਜਾਪ ਕਰਨਾ ਚਾਹੀਦਾ। ਮਹਾਰਾਜ ਕਹਿੰਦੇ ਜਿਹੜੇ ਐਸੇ ਸਹਿਜ ਅਵਸਥਾ ਵਿੱਚ ਪਰਮੇਸ਼ਰ ਦਾ ਸਿਮਰਨ ਕਰਦੇ ਆ, ਪ੍ਰੀਤ ਰੂਪ ਰਸਨਾ ਦੇ ਨਾਲ ਵਾਹਿਗੁਰੂ ਦਾ ਜਸ ਗਾਉਂਦੇ ਹਨ, ਸਹਿਜੇ ਸਹਿਜੇ ਮੰਥਨ ਕਰਦੇ ਆ, ਉਹਨਾਂ ਨੂੰ ਫਿਰ ਵਾਹਿਗੁਰੂ ਦੀ ਪ੍ਰਾਪਤੀ ਦਾ ਗਿਆਨ ਰੂਪੀ ਪੇੜਾ ਪ੍ਰਾਪਤ ਹੋ ਜਾਂਦਾ ਹੈ। ਤਤ ਨਾ ਜਾਈ, ਉਹ ਪਰਮੇਸ਼ਰ ਦੀ ਪ੍ਰਾਪਤੀ ਦੇ ਸਰੂਪ ਰੂਪੀ ਤਤ ਨੂੰ ਕਦੇ ਅਜਾਈ ਨਹੀਂ ਜਾਣ ਦਿੰਦੇ। ਰਹਾਉ ਵਿਸਰਾਮ ਦੇ ਕੇ ਹਜੂਰ ਬਖਸ਼ਿਸ਼ ਕਰਦੇ ਹਨ। ਤਾਨ ਕਰ ਮਟਕੀ ਮਨ ਮਾਹੇ ਬਲੋਈ। ਇਹ ਕਹਿਣ ਲੱਗੇ ਮਹਾਰਾਜ ਚੰਗੀ ਤਰ੍ਹਾਂ ਸਾਨੂੰ ਸਮਝਾਓ, ਪੂਰੀ ਤਰ੍ਹਾਂ ਸਮਝ ਨਹੀਂ ਪਾਈ। ਭਗਤ ਕਬੀਰ ਸਾਹਿਬ ਜੀ ਕਹਿਣ ਲੱਗੇ ਤਨ ਕਰ ਮਟਕੀ, ਇਹ ਸਰੀਰ ਜੋ ਪ੍ਰਮਾਤਮਾ ਨੇ ਦਿੱਤਾ ਇਹਨੂੰ ਮਟਕੀ ਬਣਾ। ਜਿਵੇਂ ਮਟਕੀ ਚਾਹੇ ਮਟਕਾ ਵੱਡਾ ਹੁੰਦਾ ਹੀ ਹੈ, ਸਤ ਸੰਗਤ ਜੀ ਉਹਦੇ ਵਿੱਚ ਬੀਬੀਆਂ ਰਿੜਕਣਾ ਪਾ ਕਰਕੇ ਨਾ ਫਿਰ ਮੱਖਣ ਕੱਢਦੀਆਂ ਨੇ। ਤੇ ਹਜੂਰ ਭਗਤ ਰਸਨਾ ਦੁਆਰਾ ਕਹਿੰਦੇ ਨੇ ਤਨ ਕਰ ਮਟਕੀ ਮਨ ਮਾਹੇ ਬਿਲੋਈ। ਕਹਿੰਦੇ ਸਰੀਰ ਰੂਪੀ ਮਟਕੀ ਬਣਾ ਲੈ, ਇਹਦੇ ਵਿੱਚ ਮਨ ਜਿਹੜਾ ਹੈ ਨਾ, ਮਨ ਦੇ ਅੰਦਰ ਵਿਚਾਰ ਕਰਨੀ ਹੈ, ਵਿਚਾਰ ਰੂਪੀ ਰਿੜਕਣਾ ਪਾ, ਸ਼ਬਦ ਦੀ ਵਿਚਾਰ ਕਰਨੀ। ਮਹਾਰਾਜ ਸੱਚੇ ਪਾਤਸ਼ਾਹ ਦੀ ਸਿੱਖਿਆ ਰੂਪੀ ਮਧਾਣੀ, ਸ਼ਬਦ ਰੂਪੀ ਮਧਾਣਾ ਪਾ ਕਰਕੇ ਜੋ ਮਨ ਦੇ ਅੰਦਰ ਸ਼ਬਦ ਦੀ ਵਿਚਾਰ ਕਰਨੀ ਹੈ, ਰਿੜਕਣਾ ਪਾਉਣਾ ਕਰ। ਇਸ ਮਟਕੀ ਮਹਿ ਸ਼ਬਦ ਸੰਜੋਈ। ਫਿਰ ਹਜੂਰ ਕਹਿੰਦੇ ਹਨ ਸਰੀਰ ਰੂਪੀ ਮਟਕੀ ਦੇ ਵਿੱਚ ਸ਼ਬਦ ਦਾ ਸੰਜੋਗ ਬਣਾਉਣਾ ਕਰ, ਭਾਵ ਜੋ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਸਿੱਖਿਆ ਦੀ ਜਾਗ ਲਾਉਣਾ ਕਰ। ਕਿਉਂਕਿ ਸਤ ਸੰਗਤ ਜੀ ਪਹਿਲਾਂ ਉਹਨੂੰ ਜਾਗ ਲਾਈਏ ਤੇ ਫਿਰ ਇਹ ਚੰਗੀ ਤਰ੍ਹਾਂ ਮੱਖਣ ਦਾ ਪੇੜਾ ਨਿਕਲਦਾ। ਮਲਾਈ ਜਿਹੜੀ ਬੀਬੀਆਂ ਨੂੰ ਪਤਾ ਹੋਵੇਗਾ ਕਿ ਜਦੋਂ ਮਲਾਈ ਸਤ ਸੰਗਤ ਜੀ ਇਕੱਠੀ ਕਰ ਕਰਕੇ ਰੱਖ ਲਈ ਜਾਂਦੀ ਹੈ, ਫਿਰ ਉਹਨੂੰ ਜਾਗ ਲਾਈ ਜਾਂਦੀ ਹੈ ਤੇ ਫਿਰ ਛੇਤੀ ਉਹਦੇ ਵਿੱਚੋਂ ਸਤ ਸੰਗਤ ਜੀ ਮੰਥਨ ਕਰਨ ਦੇ ਨਾਲ ਰਿੜਕਣੇ ਕਰਕੇ ਮੱਖਣ ਦਾ ਪੇੜਾ ਨਿਕਲ ਆਉਂਦਾ। ਹਜੂਰ ਨੇ ਬਖਸ਼ਿਸ਼ ਕੀਤੀ ਹੈ ਇਸ ਮਟਕੀ ਮਹਿ ਸ਼ਬਦ ਸੰਜੋਈ। ਕਹਿੰਦੇ ਹਨ ਕਿ ਸ਼ਬਦ ਦੇ ਨਾਲ, ਸਤਿਗੁਰਾਂ ਦੇ ਸ਼ਬਦ ਦੁਆਰਾ ਸਿੱਖਿਆ ਰੂਪੀ ਜਾਗ ਲਾਉਣਾ ਕਰ। ਹਰ ਕਾ ਬਿਲੋਵਨਾ ਮਨ ਕਾ ਵਿਚਾਰਾ। ਤੇ ਪਰਮੇਸ਼ਰ ਦੀ ਪ੍ਰਾਪਤੀ ਦਾ ਬਿਲੋਵਨਾ ਰਿੜਕਣਾ ਕੀ ਹੈ? ਵਾਹਿਗੁਰੂ ਦੀ ਪ੍ਰਾਪਤੀ ਦਾ ਗਿਆਨ ਰੂਪੀ ਮੱਖਣ ਕੀ ਪ੍ਰਾਪਤ ਕਰਨਾ? ਮਨ ਕਾ ਵਿਚਾਰਾ, ਮਨ ਦੇ ਅੰਦਰ ਵਿਚਾਰ ਕਰਨੇ ਕਿ ਅੱਜ ਦੇ ਦਿਨ ਦੇ ਵੀ ਸਵੇਰ ਤੋਂ ਲੈ ਕਰਕੇ ਸ਼ਾਮ ਦੇ ਸਮੇਂ ਤੱਕ ਮੈਂ ਅੱਖਾਂ ਦੇ ਨਾਲ ਕਦੇ ਪਰਾਏ ਰੂਪਾਂ ਨੂੰ ਤਾਂ ਨਹੀਂ ਮੈਂ ਤੱਕਿਆ, ਇਹਨਾਂ ਕੰਨਾਂ ਦੇ ਨਾਲ ਪਰਾਈ ਨਿੰਦਿਆ ਤਾਂ ਨਹੀਂ ਮੈਂ ਸੁਣਦਾ ਰਿਹਾ, ਜ਼ਬਾਨ ਤੋਂ ਝੂਠ ਤਾਂ ਨਹੀਂ ਅੱਜ ਮੈਂ ਬੋਲਿਆ, ਪਰਾਈ ਨਿੰਦਿਆ ਤਾਂ ਨਹੀਂ ਮੈਂ ਜ਼ਬਾਨ ਤੋਂ ਕੀਤੀ, ਇਹਨਾਂ ਕਦਮਾਂ ਦੇ ਨਾਲ ਕੁਸੰਗਤ ਵੱਲ ਤਾਂ ਨਹੀਂ ਕਿਤੇ ਚੱਲ ਕਰਕੇ ਗਿਆ, ਹੱਥਾਂ ਦੇ ਨਾਲ ਚੋਰੀ ਤਾਂ ਨਹੀਂ ਮੇਰੇ ਤੋਂ ਹੋ ਗਈ। ਇਉਂ ਮਹਾਰਾਜ ਕਹਿੰਦੇ ਹਨ ਕਿ ਸਾਰੇ ਦਿਨ ਦੀ ਹਰ ਰੋਜ਼ ਵਿਚਾਰ ਕਰ ਕਰਕੇ ਆਪਣੇ ਦੇ ਅੰਦਰ ਔਗੁਣਾਂ ਦਾ ਤਿਆਗ ਕਰੇ, ਸ਼ੁਭ ਗੁਣਾਂ ਦਾ ਧਾਰਨੀ ਬਣੇ। ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਅਰਦਾਸਾਂ ਕਰੇ, ਬੇਨਤੀਆਂ ਕਰੇ, ਮਹਾਰਾਜ ਆਪ ਕਿਰਪਾ ਕਰਕੇ ਮੈਨੂੰ ਸੁਚੇਤ ਹੋ ਕਰਕੇ ਰਹਿਣ ਦੀ ਦਾਤ ਬਖਸ਼ੋ। ਮਹਾਰਾਜ ਵਿਵੇਕ ਬੁੱਧੀ ਦੀ ਦਾਤ ਕਿਰਪਾ ਕਰਕੇ ਸਾਨੂੰ ਬਖਸ਼ਿਸ਼ ਕਰੋ। ਇਸ ਪ੍ਰਕਾਰ ਮਨ ਕਾ ਵਿਚਾਰ, ਮਨ ਦੇ ਅੰਦਰ ਵਿਚਾਰਾਂ ਕਰੇ ਕਿਸ ਢੰਗ ਦੇ ਨਾਲ ਵਾਹਿਗੁਰੂ ਜੀ ਦੇ ਸਰੂਪ ਦੀ ਪ੍ਰਾਪਤੀ ਕੀਤੀ ਜਾ ਸਕਦੀ ਹੈ, ਕਿੰਨਾ ਔਗੁਣਾ ਕਰਕੇ ਮੇਰੇ ਅੰਦਰ ਰੁਕਾਵਟ ਪੈ ਰਹੀ ਹੈ ਪ੍ਰਮਾਤਮਾ ਦੇ ਵੱਲ ਜਾਣ ਦੇ ਵੱਲ, ਕਿੰਨਾ ਸ਼ੁਭ ਗੁਣਾਂ ਨੂੰ ਧਾਰਨੇ ਕਰਕੇ ਵਾਹਿਗੁਰੂ ਜੀ ਦੇ ਸਰੂਪ ਨੂੰ ਪਾ ਸਕਦਾ ਹੈ। ਇਸ ਪ੍ਰਕਾਰ ਆਪਣੇ ਮਨ ਦੇ ਅੰਦਰ ਮਹਾਰਾਜ ਕਹਿੰਦੇ ਵਿਚਾਰ ਕਰੇ। ਹਰ ਕਾ ਬਿਲੋਵਨਾ, ਇਹ ਪਰਮੇਸ਼ਰ ਦੀ ਪ੍ਰਾਪਤੀ ਦਾ ਗਿਆਨ ਰੂਪੀ ਪੇੜਾ ਹੈ। ਗੁਰ ਪ੍ਰਸਾਦ ਪਾਵੇ ਅੰਮ੍ਰਿਤ ਧਾਰਾ। ਐਸਾ ਵਾਹਿਗੁਰੂ ਦਾ ਪਿਆਰਾ ਜਨ ਗੁਰੂ ਕਿਰਪਾ ਦੁਆਰਾ ਅੰਮ੍ਰਿਤ ਦੀ ਧਾਰ, ਪਰਮੇਸ਼ਰ ਦਾ ਨਾਮ ਅੰਮ੍ਰਿਤ ਦਾ ਰਸ ਹਿਰਦੇ ਕਰਕੇ ਪ੍ਰਾਪਤ ਕਰ ਲੈਂਦਾ ਹੈ। ਜੋ ਸਤਿਗੁਰੂ ਜੀ ਦੇ ਵਿਚਾਰ ਰੂਪੀ ਰਿੜਕਣੇ ਨੂੰ ਮਨ ਅੰਦਰ ਪਾ ਕਰਕੇ ਸਤਿਗੁਰਾਂ ਦੇ ਉਪਦੇਸ਼ ਨੂੰ ਜੀਵਨ ਦੇ ਵਿੱਚ ਧਾਰਨ ਕਰਦਾ ਹੈ,
ਕਿਉਂਕਿ ਸ਼ਰਵਣ ਮੰਨਣ ਨਿਧਿਆਸਣ ਤੇ ਫਿਰ ਕਮਾਈ ਹੈ। ਇਹ ਸਾਧ ਸੰਗਤ ਦੀ ਸਾਧਨ ਹਨ ਪਰਮੇਸ਼ਰ ਦੀ ਪ੍ਰਾਪਤੀ ਦੇ। ਪਹਿਲਾਂ ਸੁਣਨਾ, ਫਿਰ ਮੰਨਣ ਕਰਨਾ ਕਿ ਜੋ ਸਤਿਗੁਰੂ ਜੀ ਨੇ ਬਚਨ ਕਿਹਾ ਹੈ ਉਹ ਸੱਤ ਹੈ। ਹਰ ਇੱਕ ਵਚਨ ਤੇ ਭਰੋਸਾ ਹੋਵੇ, ਵਿਸ਼ਵਾਸ ਹੋਵੇ ਕਿ ਗੁਰੂ ਬਚਨਾਂ ਤੇ ਮੈਨੂੰ ਭਰੋਸਾ ਹੋਣਾ ਚਾਹੀਦਾ, ਕਿਉਂਕਿ ਸਤਿਗੁਰ ਸਭਨਾਂ ਦਾ ਭਲਾ ਮਨਾਏਂਦਾ। ਸਤਿਗੁਰੂ ਜੀ ਕਦੇ ਵੀ ਕਿਸੇ ਨਾਲ ਵੈਰ ਭਾਵਨਾ ਰੱਖ ਕੇ ਕਿਸੇ ਦਾ ਬੁਰਾ ਨਹੀਂ ਕਰਦੇ। ਮਹਾਰਾਜ ਸਭ ਦਾ ਭਲਾ ਹੀ ਚਿਤਵਦੇ ਹਨ, ਹਰ ਇੱਕ ਜੀਵ ਦਾ ਭਲਾ ਕਰਦੇ ਹਨ। ਅਸੀਂ ਭਾਵੇਂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਉੱਪਰ ਗਿਲਾ ਕਰਦੇ ਰਹਿੰਦੇ ਆ, ਮਹਾਰਾਜ ਅਸੀਂ ਇੰਨੀ ਬਾਣੀ ਪੜ੍ਹੀ ਹੈ ਤੇ ਸਾਨੂੰ ਕੁਝ ਦਿੱਤਾ ਨਹੀਂ, ਇੰਨਾ ਸੇਵਾ ਕੀਤੀ, ਇੰਨਾ ਸਿਮਰਨ ਕੀਤਾ, ਭਜਨ ਬੰਦਗੀ ਕੀਤੀ, ਮਹਾਰਾਜ ਫਿਰ ਵੀ ਸਾਨੂੰ ਕੁਝ ਮਿਲਿਆ ਨਹੀਂ, ਸਾਡੇ ਗੁਆਂਢੀਆਂ ਨੂੰ ਸਭ ਕੁਝ ਦੇ ਦਿੱਤਾ। ਪਰ ਇਹ ਸਾਡੀ ਤੁਛ ਬੁੱਧੀ ਹੈ। ਸਾਧ ਸੰਗਤ ਜੀ, ਮਹਾਰਾਜ ਸੱਚੇ ਪਾਤਸ਼ਾਹ ਹਰ ਇੱਕ ਜੀਵ ਦਾ ਭਲਾ ਹੀ ਸੋਚਦੇ ਹਨ, ਭਲਾ ਹੀ ਕਰਦੇ ਆ। ਇਸ ਲਈ ਮਨ ਵਿੱਚ ਭਰੋਸਾ ਹੋਵੇ। ਜਿੱਥੇ ਉਪਦੇਸ਼ ਸੁਣਿਆ ਉੱਥੇ ਮੰਨਣ ਕਰਨਾ, ਫਿਰ ਸਾਧ ਸੰਗਤ ਜੀ ਹਿਰਦੇ ਵਿੱਚ ਧਾਰਨ ਕਰਨਾ, ਫਿਰ ਜੀਵਨ ਦੇ ਵਿੱਚ ਕਮਾਉਣਾ, ਤਾਂ ਫਿਰ ਪ੍ਰੈਕਟੀਕਲ ਹੁੰਦਾ, ਤਾਂ ਫਿਰ ਕਿਤੇ ਜਾ ਕਰਕੇ ਵਾਹਿਗੁਰੂ ਜੀ ਦੇ ਸਰੂਪ ਦੀ ਪ੍ਰਾਪਤੀ ਹੁੰਦੀ ਹੈ। ਮਹਾਰਾਜ ਸਤਿਗੁਰੂ ਜੀ ਭਗਤ ਰਸਨਾ ਦੁਆਰਾ ਕਹਿੰਦੇ ਨੇ, ਗੁਰ ਪ੍ਰਸਾਦ ਪਾਵੈ ਅੰਮ੍ਰਿਤ ਧਾਰਾ। ਇਹ ਪ੍ਰੇਮੀ ਜਨੋ, ਗੁਰੂ ਕਿਰਪਾ ਦੁਆਰਾ ਆਤਮਿਕ ਰਸ ਦੇਣ ਵਾਲਾ ਪਰਮੇਸ਼ਰ ਦੀ ਪ੍ਰਾਪਤੀ ਦਾ ਨਾਮ ਅੰਮ੍ਰਿਤ ਦੀ ਧਾਰਾ, ਵਾਹਿਗੁਰੂ ਜੀ ਦੇ ਸਰੂਪ ਦੀ ਪ੍ਰਾਪਤੀ ਕਰਾਉਣ ਵਾਲਾ ਨਾਮ ਅੰਮ੍ਰਿਤ ਮਿਲਦਾ ਹੈ। ਆਹੋ ਕਬੀਰ ਨਦਰ ਕਰੇ ਜੇ ਮੀਰਾ। ਭਗਤ ਕਬੀਰ ਸਾਹਿਬ ਜੀ ਕਹਿੰਦੇ ਹਨ ਕਿ ਵੱਡੀ ਗੱਲ ਤਾਂ ਇਹ ਹੈ ਜੇ ਪ੍ਰਮਾਤਮਾ ਕਿਰਪਾ ਕਰੇ। ਜੇ ਵਾਹਿਗੁਰੂ ਕਿਰਪਾ ਦੀ ਨਜ਼ਰ ਕਰ ਦਿੰਦਾ ਹੈ, ਪਰਮਾਤਮਾ ਜਿਸ ਚੀਜ਼ ਤੇ ਤਰੁੱਟ ਕਰਕੇ ਕਿਰਪਾ ਦੀ ਅੰਮ੍ਰਿਤਮਈ ਦ੍ਰਿਸ਼ਟੀ ਪਾਉਂਦਾ ਹੈ, ਰਾਮ ਨਾਮ ਲਗ ਉਤਰੇ ਤੀਰਾ, ਉਹ ਫਿਰ ਸੁਭਾਵਕ ਹੀ ਭਵ ਸਾਗਰ ਤੋਂ ਪਾਰ ਉਤਰ ਜਾਂਦਾ ਹੈ, ਮੁਕਤੀ ਰੂਪ ਤੀਰਾ ਕਿਨਾਰੇ ਤੇ ਪਹੁੰਚ ਜਾਂਦਾ ਹੈ। ਕਿਵੇਂ? ਰਾਮ ਨਾਮ ਲਗ, ਵਾਹਿਗੁਰੂ ਜੀ ਦੇ ਨਾਮ ਦੇ ਨਾਲ ਲੱਗ ਕਰਕੇ ਆਪਣੀ ਚਿੱਤ ਬਿਰਤੀ ਨੂੰ ਪਰਮੇਸ਼ਰ ਦੇ ਸਿਮਰਨ ਦੇ ਵਿੱਚ ਜੋੜ ਕਰਕੇ ਰੱਖਦਾ। ਜਿਵੇਂ ਅਸੀਂ ਬਚਨ ਪੜ੍ਹਦੇ ਹਾਂ, ਸਭ ਨੂੰ ਯਾਦ ਹੋਵੇਗਾ, ਵਾਹਿਗੁਰੂ ਨਾਮ ਜਹਾਜ਼ ਹੈ, ਚੜ੍ਹੇ ਸੋ ਉਤਰੈ ਪਾਰ, ਜੋ ਸਰਦਾ ਕਰ ਸੇਵਦੇ ਗੁਰ ਪਾਰ ਉਤਾਰਨ ਹਾਰ। ਸਤਿਗੁਰੂ ਜੀ ਪਾਰ ਕਰਨੇ ਦੇ ਸਮਰੱਥ ਹਨ। ਜੋ ਪਰਮੇਸ਼ਰ ਦੇ ਨਾਮ ਦੇ ਨਾਲ ਜੁੜ ਜਾਂਦਾ ਹੈ, ਉਹ ਕਦੇ ਵੀ ਦੁਬਾਰਾ ਸੰਸਾਰ ਸਮੁੰਦਰ ਦੇ ਵਿੱਚ ਜੰਮਣ ਮਰਨ ਰੂਪੀ ਗੋਤੇ ਨਹੀਂ ਖਾਂਦਾ। ਉਹ ਸੁਭਾਵਕ ਹੀ ਮੁਕਤੀ ਰੂਪ ਕਿਨਾਰੇ ਤੇ ਪਹੁੰਚ ਜਾਂਦਾ ਹੈ। ਇਸ ਲਈ ਕਹਿੰਦੇ ਪਰਮਾਤਮਾ ਜਿਸ ਜੀਵ ਤੇ ਕਿਰਪਾ ਦੀ ਨਜ਼ਰ ਕਰ ਦਿੰਦਾ ਹੈ, ਸੱਚਾ ਪਾਤਸ਼ਾਹ ਅਕਾਲ ਪੁਰਖ ਵਾਹਿਗੁਰੂ ਬਖਸ਼ਿਸ਼ ਕਰ ਦਿੰਦਾ ਹੈ, ਰਾਮ ਨਾਮ ਲਗ ਉਤਰੇ ਤੀਰਾ। ਉਹ ਪਰਮੇਸ਼ਰ ਦੇ ਨਾਮ ਦੇ ਨਾਲ ਜੁੜ ਕਰਕੇ ਪਰਮੇਸ਼ਰ ਦਾ ਸਿਮਰਨ ਕਰ ਕਰਕੇ ਭੈਦਾਇਕ ਸੰਸਾਰ ਸਾਗਰ ਤੋਂ ਪਾਰ ਹੋ ਜਾਂਦਾ ਹੈ। ਆਸਾ ਬਾਤੀ ਸੁਕੀ ਤੇਲ ਨ ਖੂਟਾ। ਸਾਧ ਸੰਗਤ ਜੀ, ਭਗਤ ਕਬੀਰ ਸਾਹਿਬ ਜੀ ਦਾ ਜੀਵਨ ਵਿੱਚ ਗਾਥਾ ਮਿਲਦੀ ਹੈ। ਕਦੇ ਕਦੇ ਹੱਥ ਵਿੱਚ ਢੋਲਕੀ ਲੈ ਕੇ ਤੇ ਪ੍ਰਮਾਤਮਾ ਅਕਾਲ ਪੁਰਖ ਵਾਹਿਗੁਰੂ ਜੀ ਦਾ ਜਸ ਗਾਉਣਾ, ਤੇ ਫਿਰ ਦੀਵਾ ਜਗਾ ਕੇ ਤੇ ਉਹਦੇ ਪ੍ਰਕਾਸ਼ ਦੇ ਕੋਲ ਬੈਠ ਜਾਣਾ। ਤੇ ਇੱਕ ਦਿਨ ਪ੍ਰੇਮੀ ਚੱਲ ਕਰਕੇ ਆਏ, ਪਰਮਾਤਮਾ ਦੇ ਗੁਣ ਗਾਉਂਦਿਆਂ ਹੋਇਆ ਇਸੇ ਸਮਾਧ ਲੱਗ ਗਈ, ਨਿਰਵਿਕਲਪ ਸਮਾਧੀ ਵਿੱਚ ਲੀਨ ਹੋ ਗਏ ਸਨ ਭਗਤ ਕਬੀਰ ਸਾਹਿਬ ਜੀ। ਤੇ ਸਾਧ ਸੰਗਤ ਜੀ, ਦੀਵਾ ਵੀ ਜਿਹੜਾ ਜਲਦਾ ਜਲਦਾ ਬੁਝ ਗਿਆ, ਬੱਤੀ ਵੀ ਸੜ ਗਈ, ਤੇਲ ਮੁੱਕ ਗਿਆ ਸੀ। ਫਿਰ ਜਿਹੜਾ ਢੋਲਕੀ ਵਜਾਉਂਦੇ ਸਨ ਉਹ ਵੀ ਸਾਧ ਸੰਗਤ ਜੀ ਬੰਦ ਹੋ ਗਏ ਹਨ, ਅਪੁਰ ਸੁੰਨ ਸਮਾਧੀ ਵਿੱਚ ਲੀਨ ਹੋ ਗਏ ਸਨ। ਜਦੋਂ ਪ੍ਰੇਮੀ ਜਨ ਆਏ, ਕੁਝ ਸਮਾਂ ਬੈਠੇ ਰਹੇ ਹੈ, ਤੇ ਜਦੋਂ ਸਾਧ ਸੰਗਤ ਜੀ ਫਿਰ ਪ੍ਰੇਮੀ ਜਨਾਂ ਨੇ ਆ ਕੇ ਨਮਸਕਾਰ ਕੀਤੀ ਚਰਨਾਂ ਤੇ ਹੱਥ ਜੋੜ ਕੇ ਬੇਨਤੀ ਕਰਕੇ ਪੁੱਛਦੇ ਹਨ, ਕੋਈ ਸਵਾਲ ਕੀਤੇ ਹੈ। ਕਹਿਣ ਲੱਗੇ, ਮਹਾਰਾਜ ਅੱਜ ਢੋਲਕੀ ਵੀ ਨਹੀਂ ਆਪ ਜੀ ਵਜਾ ਰਹੇ, ਕੀ ਕਾਰਨ ਹੈ? ਇਹ ਭਗਤ ਜੀ, ਨਾ ਹੀ ਅੱਜ ਦੀਵਾ ਬਾਲ ਕੇ ਪ੍ਰਕਾਸ਼ ਕੀਤਾ, ਇਹ ਤੇਲ ਵੀ ਮੁੱਕਾ ਹੋਇਆ ਤੇ ਫਿਰ ਬੱਤੀ ਵੀ ਸੜ ਗਈ, ਇਹਦਾ ਕਾਰਨ ਕੀ ਹੈ? ਐਸਾ ਰੂਪਕ ਅਲੰਕਾਰ ਬਣਾ ਕੇ ਉਪਦੇਸ਼ ਬਖਸ਼ਿਸ਼ ਕਰਦੇ ਹੈ ਕਿ ਜਿਵੇਂ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦੇ ਚਰਨਾਂ ਦੇ ਨਾਲ ਚਿੱਤ ਬਿਰਤੀ ਜੁੜ ਜਾਂਦੀ ਹੈ ਨਾ, ਫਿਰ ਇਸ ਸੰਸਾਰ ਦੇ ਜਿਹੜੇ ਔਗਣ ਹਨ, ਵਿਸ਼ੇ ਹਨ, ਵਿਕਾਰ ਹਨ, ਇਹ ਖਤਮ ਹੋ ਜਾਂਦੇ ਹੈ। ਅਭਾਵ ਹੋਣੇ ਕਰਕੇ ਫਿਰ ਅਪੁਰ ਨਿਰਵਿਕਲਪ ਸਮਾਧੀ ਦੇ ਵਿੱਚ ਜੀਵ ਲੀਨ ਹੋ ਜਾਂਦਾ ਹੈ।
ਇਸ ਪ੍ਰਕਾਰ ਸਾਧ ਸੰਗਤ ਜੀ ਅੰਤਰੀਵ ਅਰਥਾਂ ਦੇ ਵਿੱਚ ਵੀ ਉਪਦੇਸ਼ ਬਖਸ਼ਿਸ਼ ਕੀਤਾ ਹੈ। ਹਜੂਰ ਫਰਮਾਉਂਦੇ ਹਨ, ਬਾਤੀ ਸੁਕੀ ਤੇਲ ਨਿਖੂਟਾ। ਪਹਿਲਾਂ ਪ੍ਰਤੱਖ ਬਾਹਜ ਭਾਵ ਦੇ ਵਿੱਚ ਫਰਮਾਨ ਕਰਦੇ ਆ ਭਗਤ ਕਬੀਰ ਜੀ। ਕਹਿੰਦੇ ਹੈ ਪ੍ਰੇਮੀ ਜਦੋਂ ਤੇਲ ਨਿਖੁੱਟ ਗਿਆ, ਭਾਵ ਮੁੱਕ ਗਿਆ, ਤੇ ਬਾਤੀ ਜਿਹੜੀ ਬੱਟੀ ਸੀ ਨਾ ਸੁੱਕ ਗਈ ਹੈ, ਭਾਵ ਸੜ ਗਈ ਹੈ। ਤੇਲ ਮੁੱਕ ਜਾਵੇ ਤੇ ਸਾਧ ਸੰਗਤ ਦੀ ਜਿਹੜੀ ਅੱਗ ਲੱਗੀ ਹੁੰਦੀ ਨਾ ਮਿੱਟੀ ਦੇ ਨਾਲ, ਪ੍ਰਕਾਸ਼ ਹੋ ਰਿਹਾ ਹੁੰਦਾ, ਫਿਰ ਸੜ ਜਾਂਦੀ ਹੈ। ਕਹਿਣ ਲੱਗੇ ਤੇਲ ਮੁੱਕਣੇ ਕਰਕੇ ਬਾਤੀ ਜਿਹੜੀ ਬੱਟੀ ਹੈ ਨਾ ਸੁੱਕ ਗਈ ਹੈ, ਸੜ ਗਈ ਹੈ। ਮੰਦਲ ਨਾ ਬਾਜੈ ਨਟ ਪੈ ਸੂਤਾ। ਮੰਦਲ ਨਾਮ ਢੋਲ ਦਾ ਹੈ। ਕਹਿੰਦੇ ਹੁਣ ਢੋਲ ਵੀ ਵੱਜਦਾ ਨਹੀਂ ਪਿਆ। ਨਟ ਪੈ ਸੂਤਾ, ਨਟ ਦੀ ਤਰ੍ਹਾਂ ਜਿਵੇਂ ਜਿਹੜਾ ਭੇਖ ਧਾਰੀ ਹੁੰਦਾ ਹੈ ਨਾ, ਕਹਿੰਦੇ ਇਸ ਤਰ੍ਹਾਂ ਅਸੀਂ ਭੇਖ ਬਣਾ ਕਰਕੇ, ਭਾਵ ਵਿਸ਼ਰਾਮ ਦੇ ਕਰਕੇ ਸੌਣਾ ਕੀਤਾ। ਜਿਵੇਂ ਬਾਜੀਗਰ ਢੋਲ ਵਜਾਉਂਦਾ ਹੈ ਤੇ ਸੌਂ ਜਾਵੇ ਤੇ ਢੋਲ ਆਪੇ ਥੋੜਾ ਵੱਜੀ ਜਾਣਾ। ਆਖਰਕਾਰ ਉਹਨੂੰ ਸਾਧ ਸੰਗਤ ਹੀ ਵਜਾਉਣਾ ਪਵੇਗਾ। ਢੋਲ ਨੂੰ ਵਜਾਈਏ ਤੇ ਤਾਂ ਹੀ ਵੱਜਦਾ ਹੈ। ਤੇ ਉਹ ਕਹਿੰਦੇ ਹਨ ਕਿ ਮੰਦਲ ਨਾ ਬਾਜੈ ਨਟ ਪੈ ਸੂਤਾ। ਨਟ ਬਾਜੀਗਰ ਜੇਕਰ ਸੌਂ ਜਾਵੇ ਤੇ ਢੋਲ ਨੂੰ ਕੌਣ ਵਜਾਵੇਗਾ, ਜਿਹੜੇ ਤਰ੍ਹਾਂ ਤਰ੍ਹਾਂ ਦੇ ਖੇਡ ਵਿਖਾਉਣ ਵਾਲਾ ਸੀ। ਔਰ ਇਸੇ ਪ੍ਰਕਾਰ ਅੰਤਰੀਵ ਭਾਵ ਦੇ ਵਿੱਚ ਫਰਮਾਉਂਦੇ, ਫਿਰ ਆਰੰਭ ਤੋਂ ਪੜੋ ਜੀ। ਬਾਤੀ ਸੁਕੀ ਤੇਲ ਨਿਖੂਟਾ। ਕਹਿੰਦੇ ਹਨ ਕਿ ਜਿਹੜਾ ਸਰੀਰ ਹੈ ਨਾ, ਸਰੀਰ ਰੂਪੀ ਦੀਵਾ ਹੈ। ਇਹਦੇ ਅੰਦਰ ਸਾਧ ਸੰਗਤ ਜੀ ਮੋਹ ਰੂਪੀ ਤੇਲ ਪਿਆ ਹੋਇਆ, ਸਰੀਰਾਂ ਦਾ ਜਿਹੜਾ ਮੋਹ ਹੈ। ਔਰ ਇਸੇ ਪ੍ਰਕਾਰ ਸਰੀਰਾਂ ਦਾ ਅੰਦਰ ਮੋਹ ਰੂਪੀ ਤੇਲ ਪਿਆ ਹੋਇਆ ਹੈ। ਤੇ ਸੰਸਾਰ ਦੀ ਜਿਹੜੀ ਤ੍ਰਿਸ਼ਨਾ ਹੈ ਪਦਾਰਥਾਂ ਦੀ, ਜਾਂ ਆਸਾ ਰੂਪੀ ਵੱਟੀ, ਜਿਹਦੇ ਕਰਕੇ ਸਾਧ ਸੰਗਤ ਜੀ ਪ੍ਰਕਾਸ਼ ਹੁੰਦਾ ਪਿਆ। ਜਦੋਂ ਮਨ ਵਿੱਚ ਆਸਾ ਪੈਦਾ ਹੁੰਦੀ ਹੈ ਤੇ ਕੋਈ ਨਾ ਕੋਈ ਲੰਬੀ ਆਸ ਲਾ ਕਰਕੇ ਬੈਠ ਜਾਂਦਾ ਹੈ। ਜਦੋਂ ਤ੍ਰਿਸ਼ਨਾ ਰੂਪੀ ਅੱਗ ਇਹ ਵੱਟੀ ਸੜਦੀ ਹੈ, ਪ੍ਰਕਾਸ਼ ਹੁੰਦੀ ਹੈ, ਤੇ ਇਹ ਮਨੁੱਖ ਦਰ ਤੇ ਮਥਾਜ ਹੁੰਦਾ ਫਿਰਦਾ, ਕਦੇ ਕਿਸੇ ਪਾਸੇ ਭੁੱਖਾ ਬਣ ਕੇ ਭੁੱਖਿਆਂ ਦੀ ਤਰ੍ਹਾਂ ਬਾਰ-ਬਾਰ ਦਰ ਤੇ ਨੱਕ ਰਗੜਦਾ ਰਹਿੰਦਾ, ਕਦੇ ਕਿਸੇ ਦਰ ਤੇ ਜਾਂਦਾ ਹੈ। ਇਸ ਪ੍ਰਕਾਰ ਕਹਿੰਦੇ ਹਨ ਕਿ ਸਰੀਰ ਰੂਪੀ ਇਸ ਦੀਵੇ ਦੇ ਵਿੱਚੋਂ ਮੋਹ ਰੂਪੀ ਤੇਲ ਖਤਮ ਹੋ ਗਿਆ, ਤ੍ਰਿਸ਼ਨਾ ਰੂਪੀ ਵੱਟੀ ਵੀ ਸੜ ਗਈ ਹੈ, ਅਥਵਾ ਆਸਾ ਰੂਪੀ ਵੱਟੀ ਸੜ ਗਈ ਹੈ। ਮੰਦਲ ਨਾ ਬਾਜੈ ਨਟ ਪੈ ਸੂਤਾ। ਇਹ ਮਨ ਰੂਪੀ ਢੋਲ ਜਿਹੜਾ ਵੱਜਦਾ ਸੀ ਨਾ ਪਹਿਲਾਂ, ਸੰਕਲਪਾਂ ਵਿਕਲਪਾਂ ਰੂਪੀ ਡੰਡਿਆਂ ਦਾ ਡੰਗਾ ਲੱਗਣ ਦੇ ਨਾਲ, ਦੋ ਹੱਥਾਂ ਵਿੱਚ ਸਾਧ ਸੰਗਤ ਜੀ ਸੋਟੀਆਂ ਫੜੀਆਂ ਹੁੰਦੀਆਂ ਨਾ, ਦੋ ਹੱਥਾਂ ਦੇ ਵਿੱਚ ਉਹ ਨਿੱਕੇ ਡੰਡੇ ਪਕੜੇ ਹੁੰਦੇ, ਉਹਨਾਂ ਦੇ ਨਾਲ ਢੋਲ ਤੇ ਡੱਗਾ ਲਾਉਂਦਾ ਢੋਲ ਵਜਾਉਣ ਵਾਲਾ। ਕਹਿੰਦੇ ਹਨ ਕਿ ਮਨ ਰੂਪੀ ਢੋਲ ਹੁਣ ਵੱਜਦਾ ਨਹੀਂ ਹੈ, ਸ਼ਾਂਤ ਹੋ ਗਿਆ। ਸੰਕਲਪਾਂ ਵਿਕਲਪਾਂ ਰੂਪੀ ਹੁਣ ਡੱਗਾ ਨਹੀਂ ਦੇ ਉੱਪਰ ਲੱਗਦਾ ਪਿਆ। ਡੱਗਾ ਲੱਗੇ ਤੇ ਤਾਂ ਹੀ ਢੋਲ ਆਵਾਜ਼ ਕਰਦਾ, ਤੇ ਮਨ ਵਿੱਚ ਤਾਂ ਹੀ ਰੌਲਾ ਪਾਉਂਦਾ ਜਦੋਂ ਮਨ ਵਿੱਚ ਚੰਗੇ ਤੇ ਮੰਦੇ ਫੁਰਨੇ ਪੈਦਾ ਹੁੰਦੇ ਹੈ। ਸੰਕਲਪ ਕਦੇ ਵਿਕਲਪ ਮਨ ਦੇ ਵਿੱਚ ਪੈਦਾ ਹੋਣ ਤਾਂ ਹੀ ਮਨ ਰੂਪੀ ਢੋਲ ਉੱਚੀ ਵੱਜਦਾ, ਐਨ ਪੂਰੀਆਂ ਚੰਗੀ ਤਰ੍ਹਾਂ ਕੜਾਲਾ ਪਾਉਂਦਾ। ਢੋਲ ਵੱਜਦਾ ਤੇ ਕਿੰਨੀ ਦੂਰ ਤੱਕ ਆਵਾਜ਼ਾਂ ਜਾਂਦੀਆਂ ਨੇ। ਇਸੇ ਤਰ੍ਹਾਂ ਮਨ ਰੂਪੀ ਢੋਲ ਦੀ ਹਾਲਤ ਹੈ। ਮਹਾਰਾਜ ਸੱਚੇ ਪਾਤਸ਼ਾਹ ਸਤਿਗੁਰੂ ਜੀ ਕਹਿਣ ਲੱਗੇ ਕਿ ਹੇ ਪ੍ਰੇਮੀ ਜਨੋ, ਮੰਦਲ ਨਾ ਬਾਜੈ ਨਟ ਪੈ ਸੂਤਾ। ਸੰਕਲਪਾਂ ਵਿਕਲਪਾਂ ਤੋਂ ਰਹਿਤ ਹੋਣੇ ਕਰਕੇ ਮਨ ਰੂਪੀ ਢੋਲ ਹੁਣ ਵੱਜਦਾ ਨਹੀਂ ਹੈ। ਨਿਰਵਿਕਲਪ ਸਮਾਧੀ ਦੇ ਵਿੱਚ ਸੁੱਤਾ ਭਾਵ ਲੀਨ ਹੋ ਗਿਆ, ਸੁਨ ਅਪੁਰ ਸਮਾਧੀ ਦੇ ਵਿੱਚ ਲੀਨ ਹੋ ਚੁੱਕਾ ਹੈ। ਉਧਰ ਬੇਨਤੀ, ਬੁਝ ਗਈ ਅਗਨ ਨਾ ਨਿਕਸਿਓ ਧੂਆਂ। ਇਸ ਪ੍ਰਕਾਰ ਕਹਿੰਦੇ ਹਨ ਕਿ ਹੁਣ ਤ੍ਰਿਸ਼ਨਾ ਰੂਪੀ ਅਗਨ ਵੀ ਬੁਝ ਗਈ ਹੈ। ਨਾਨਕ ਸਿਓ ਧੂਆਂ, ਕਿਸੇ ਪ੍ਰਕਾਰ ਫੁਰਨਿਆਂ ਰੂਪੀ ਧੂਆਂ ਵੀ ਹੁਣ ਨਿਕਲਦਾ ਨਹੀਂ ਹੈ। ਜੋ ਤ੍ਰਿਸ਼ਨਾ ਰੂਪੀ ਅੱਗ ਬੁਝਣੇ ਕਰਕੇ ਰਬ ਰਹਿਆ ਏਕ ਅਵਰ ਨਹੀਂ ਦੂਆ। ਤੇ ਹੁਣ ਤਾਂ ਕੇਵਲ ਇੱਕੋ ਪਰਮਾਤਮਾ ਹੀ ਰਮਿਆ ਹੋਏ ਨਜ਼ਰ ਆ ਰਿਹਾ ਹੈ ਕਿ ਹਰ ਘਰ ਦੇ ਅੰਦਰ ਕੇਵਲ ਅਕਾਲ ਪੁਰਖ ਵਾਹਿਗੁਰੂ ਜੀ ਦਾ ਸਰੂਪ ਹੀ ਵਿਆਪਕ ਹੈ। ਰਬ ਰਹਿਆ ਏਕ ਅਵਰ ਨਾ ਦੂਆ। ਜਦੋਂ ਸਾਧ ਸੰਗਤ ਜੀ ਜੀਵ ਸੰਕਲਪਾਂ ਵਿਕਲਪਾਂ ਚੰਗੇ ਮੰਦੇ ਫੁਰਨਿਆਂ ਤੋਂ ਰਹਿਤ ਹੋ ਜਾਂਦਾ ਹੈ, ਫਿਰ ਕੇਵਲ ਇੱਕ ਪਰਮਾਤਮਾ ਦਾ ਸਰੂਪ ਹੀ ਨਜ਼ਰ ਆਉਂਦਾ ਹੈ। ਫਿਰ ਤਾਂ ਬ੍ਰਹਮ ਦੀਸੈ ਬ੍ਰਹਮ ਸੁਣੀਐ, ਏਕ ਵਖਾਣੀਐ, ਆਤਮ ਪਸਾਰਾ ਕਰਨ ਹਾਰਾ, ਪ੍ਰਭ ਬਿਨਾ ਨਹੀਂ ਜਾਣੀਐ। ਫਿਰ ਇੱਕ ਪਰਮੇਸ਼ਰ ਤੋਂ ਬਿਨਾ ਕੋਈ ਦੂਜਾ ਨੂੰ ਜਾਣਦਾ ਨਹੀਂ ਹੈ। ਫਿਰ ਤਾਂ ਘਟ ਘਟ ਮੈਂ ਹਰ ਜੂ ਬਸੈ, ਸੰਤਨ ਕਹਿਓ ਪੁਕਾਰ। ਹਰ ਘਰ ਦੇ ਅੰਦਰ ਕੇਵਲ ਪਰਮਾਤਮਾ ਦਾ ਸਰੂਪ ਹੀ ਨਜ਼ਰ ਆਉਂਦਾ ਹੈ।
ਜਿਵੇਂ ਗੁਰੂ ਕਲਗੀਧਰ ਪਿਤਾ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸਾਹਿਬ ਜੀ ਨੇ ਬਚਨ ਕਹੇ ਹਨ, ਜਿਵੇਂ ਜਮਾਨ ਕੇ ਵੇਖੈ ਸਮਸਤ ਏਕ ਜੋਤ ਹੈ, ਨਾ ਘਾਟ ਹੈ ਨਾ ਬਾਢ ਹੈ, ਨਾ ਘਾਟ ਬਾਢ ਹੋਤ ਹੈ। ਕਹਿੰਦੇ ਹਨ ਕਿ ਸਭ ਥਾਵਾਂ ਤੇ ਸਮਾਨ ਅਕਾਲ ਪੁਰਖ ਵਾਹਿਗੁਰੂ ਜੀ ਦੀ ਜੋਤ ਵਰਤ ਰਹੀ ਹੈ। ਇਸ ਪ੍ਰਕਾਰ ਭਗਤ ਕਬੀਰ ਸਾਹਿਬ ਜੀ ਕਹਿੰਦੇ ਹਨ, ਏਕ ਰਵ ਰਹਿਆ ਏਕ ਅਵਰ ਨਹੀਂ ਦੂਆ। ਦੂਆ ਨਾਮ ਦਵੈਸ਼ ਦਾ ਹੈ, ਦੂਆ ਨਾਮ ਈਰਖਾ ਦਾ ਹੈ, ਤੇ ਦਵੈਸ਼ ਨਾਮ ਸੰਸਾਰ ਦਾ ਹੈ। ਸੰਸਾਰ ਦੇ ਅੰਦਰ ਵੱਖਵਾਦ ਕੁਝ ਵੀ ਦਿਸਦਾ ਨਹੀਂ ਹੈ। ਹਰ ਘਰ ਦੇ ਅੰਦਰ ਕੇਵਲ ਉਹ ਪਰਮਾਤਮਾ ਹੀ ਨਜ਼ਰ ਆਉਂਦਾ ਹੈ। ਜਿੱਥੇ ਵੀ ਦੇਖਦੇ ਹੈ, ਜਹ ਜਹ ਪੇਖੋ ਤਹ ਹਜੂਰ, ਦੂਰ ਕਤਹੁ ਨਾ ਜਾਈ। ਰਵ ਰਹਿਆ ਸਰਬਤਰ ਮੈਂ ਮਨ ਸਦਾ ਧਿਆਈ। ਕੇਵਲ ਇੱਕ ਪਰਮਾਤਮਾ ਦਿਸਦਾ ਹੈ। ਦਵੈਸ਼ ਈਰਖਾ ਮਨ ਵਿੱਚੋਂ ਖਤਮ ਹੋ ਜਾਂਦੀ ਹੈ, ਮਿਟ ਜਾਂਦੀ ਹੈ। ਮਹਾਰਾਜ ਕਹਿੰਦੇ, ਇਹ ਪ੍ਰੇਮੀ ਜਨੋ, ਜਦੋਂ ਮਨ ਦੇ ਚੰਗੇ ਮਨ ਦੇ ਪੁਰਨੇ ਅਭਾਵ ਹੋ ਗਏ, ਤ੍ਰਿਸ਼ਨਾ ਰੂਪੀ ਅੱਗ ਵੀ ਵੱਡੀ ਸੜ ਗਈ, ਮੋਹ ਰੂਪੀ ਤੇਲ ਵੀ ਖਤਮ ਹੋ ਗਿਆ, ਫਿਰ ਕੇਵਲ ਇੱਕ ਪਰਮਾਤਮਾ ਹੀ ਤੁਹਾਨੂੰ ਨਜ਼ਰ ਆਵੇਗਾ। ਵਿਸਰਾਮ ਦੇ ਕੇ ਹਜੂਰ ਬਖਸ਼ਿਸ਼ ਕਰਦੇ ਹਨ। ਟੂਟੀ ਤੰਤ ਨਾ ਬਜੈ ਰਬਾਬ। ਤੇ ਕਹਿਣ ਲੱਗੇ ਮਹਾਰਾਜ, ਕਦੇ ਕਦੇ ਆਪ ਜੀ ਰਬਾਬ ਫੜ ਕੇ ਵੀ ਪਰਮਾਤਮਾ ਦਾ ਜਸ ਕਰਦੇ ਹੁੰਦੇ ਸੀ। ਰਬਾਬ ਵਜਾ ਕੇ, ਰਬਾਬ ਇੱਕ ਸਾਧ ਸੰਗਤ ਜੀ ਲੱਕੜ ਦੇ ਢਾਂਚਾ ਬਣਾਇਆ ਹੋਇਆ ਹੈ। ਇੱਕ ਸਾਧ ਸੰਗਤ ਜੀ ਸਾਜ਼ ਹੈ, ਜਿਵੇਂ ਹਾਰਮੋਨੀਅਮ ਹੈ, ਤਾਨਪੁਰਾ ਹੈ, ਸਿਤਾਰ ਹੈ, ਇਸੇ ਪ੍ਰਕਾਰ ਰਬਾਬ ਵੀ ਇੱਕ ਸਾਜ਼ ਦਾ ਨਾਮ ਹੈ। ਸਾਰਾ ਲੱਕੜ ਦਾ ਢਾਂਚਾ ਹੁੰਦਾ ਹੈ। ਤੇ ਇਹ ਜਿਹੜੇ ਸਾਧ ਸੰਗਤ ਜੀ ਤਾਰਾਂ ਨਾਲ ਬੱਧੀ ਹੁੰਦੀ ਹੈ ਨਾ, ਤਾਰ ਦੇ ਨਾਲ ਸਪਰਸ਼ ਹੋਣੇ ਕਰਕੇ ਉਹਦੇ ਵਿੱਚ ਆਵਾਜ਼ ਪੈਦਾ ਹੁੰਦੀ ਹੈ। ਜਿੱਦਾਂ ਦੀ ਆਵਾਜ਼ ਪ੍ਰਗਟ ਕਰਨੀ ਚਾਹੇ, ਉਹਦੇ ਵਿੱਚੋਂ ਆਵਾਜ਼ ਵਜਾਉਣ ਵਾਲਾ ਰਬਾਬੀ ਸਿੱਖ ਉਹਦੇ ਤੋਂ ਆਵਾਜ਼ ਪ੍ਰਗਟ ਕਰ ਦਿੰਦਾ ਹੈ। ਇਹ ਉਹ ਕਹਿਣ ਲੱਗੇ, ਪ੍ਰੇਮੀ ਜਨ ਕੇ ਭਗਤ ਜੀ, ਤੁਸੀਂ ਰਬਾਬ ਫੜ ਕੇ ਵੀ ਕਈ ਵਾਰ ਵਜਾ ਕੇ ਤੇ ਪਰਮੇਸ਼ਰ ਦਾ ਜਸ ਕਰਦੇ ਸੀ। ਅੱਜ ਰਬਾਬ ਵੀ ਨਹੀਂ ਵਜਾਉਂਦੇ ਪਏ, ਤੇ ਰਬਾਬ ਦਾ ਅਲੰਕਾਰ ਬਣਾ ਕੇ ਬਖਸ਼ਿਸ਼ ਕਰਦੇ ਹਨ। ਟੂਟੀ ਤੰਤ ਨਾ ਬਜੈ ਰਬਾਬ। ਕਹਿੰਦੇ ਜਿਹੜੀ ਤਾਰ ਸੀ ਨਾ, ਜਿਹਦੇ ਨਾਲ ਹੱਥ ਸਪਰਸ਼ ਕਰਨੇ ਕਰਕੇ ਰਬਾਬ ਵਜਾਉਂਦੇ ਸੀ ਤੇ ਉਹਦੇ ਵਿੱਚ ਆਵਾਜ਼ ਪ੍ਰਗਟ ਹੁੰਦੀ ਸੀ, ਉਹ ਤਾਰ ਟੁੱਟ ਗਈ ਹੈ। ਤਾਰ ਟੁੱਟਣੇ ਕਰਕੇ ਨਾ ਬਜੈ ਰਬਾਬ, ਉਹ ਰਬਾਬ ਵੱਜਦੀ ਨਹੀਂ ਹੈ, ਹੁਣ ਆਵਾਜ਼ ਪ੍ਰਗਟ ਨਹੀਂ ਕਰ ਰਹੀ। ਭੂਲ ਵਿਗਾਰਿਓ ਆਪਣਾ ਕਾਜ। ਇਹ ਉਹ ਭੁੱਲਿਆ ਹੋਏ ਨੇ ਜਿਹੜਾ ਆਪਣਾ ਕਾਰਜ ਸੀ ਨਾ, ਉਹ ਵਿਗਾੜ ਦਿੱਤਾ ਹੈ। ਕਹਿੰਦੇ ਕਿ ਸਾਡੇ ਤੋਂ ਭੁੱਲ ਹੋ ਗਈ ਸੀ, ਜਿਸ ਕਰਕੇ ਕਾਰਜ ਜਿਹੜਾ ਵਿਗੜ ਗਿਆ। ਇਸੇ ਪ੍ਰਕਾਰ ਟੂਟੀ ਤੰਤ ਨਾ ਬਜੈ ਰਬਾਬ। ਸਾਧ ਸੰਗਤ ਜੀ, ਜਿਹੜੀ ਰਬਾਬ ਦੀ ਤਰ੍ਹਾਂ ਆਵਾਜ਼ ਪ੍ਰਗਟ ਹੋਣੀ ਹੈ ਨਾ, ਜਿਹੜੀ ਬੁੱਧੀ ਰੂਪ ਰਬਾਬ ਹੈ, ਇਹਦੇ ਵਿੱਚ ਆਸਾ ਤ੍ਰਿਸ਼ਨਾ ਰੂਪੀ ਜਿਹੜੀ ਤਾਰ ਲੱਗੀ ਹੋਈ ਹੈ, ਤੇ ਸੰਕਲਪ ਵਿਕਲਪ ਰੂਪੀ ਹੱਥਾਂ ਦੇ ਨਾਲ ਇਹ ਸਪਰਸ਼ਤਾ ਲਾਉਣਾ ਹੀ ਹੈ। ਜਿਸ ਕਰਕੇ ਇਹ ਮਨ ਜਿਹੜਾ ਫਿਰ ਸਾਧ ਸੰਗਤ ਜੀ ਬੁੱਧੀ ਦੀ ਜਿਹੜੀਆਂ ਕਿੰਨੀਆਂ ਆਵਾਜ਼ਾਂ ਪ੍ਰਗਟ ਹੁੰਦੀ ਹੈ, ਕਦੇ ਮਲੀਨ ਤੇ ਕਦੇ ਸ਼ੁੱਧਤਾ ਆ ਜਾਂਦੀ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹਨ, ਇਹ ਜਿਹੜੇ ਚੰਗੇ ਮੰਦੇ ਜਿਹੜੇ ਸੰਕਲਪਾਂ ਵਿਕਲਪਾਂ ਰੂਪੀ ਤਾਰਾਂ ਟੁੱਟਣ ਦੇ ਨਾਲ ਇਹ ਹੁਣ ਬੁੱਧੀ ਰੂਪ ਜਿਹੜੀ ਰਬਾਬ ਹੈ ਨਾ, ਵੱਜਦੀ ਨਹੀਂ ਹੈ। ਕੋਈ ਫੁਰਨਾ ਨਹੀਂ ਹੁਣ ਫੁਰਦਾ ਬੁੱਧੀ ਦੇ ਅੰਦਰ, ਕਿਉਂਕਿ ਮਨੁੱਖ ਦੀ ਬੁੱਧ ਚੰਗੀ ਹੋਵੇ ਤੇ ਸਾਧ ਸੰਗਤ ਜੀ ਚੰਗੇ ਪਾਸੇ ਪਕੜ ਕਰਦੀ ਹੈ। ਜੇ ਬੁੱਧੀ ਮਲੀਨ ਹੋ ਜਾਵੇ ਤੇ ਮਨੁੱਖ ਹਰ ਸਮੇਂ ਸੋਚਦਾ ਵੀ ਮਾੜਾ ਹੈ, ਬੋਲਦਾ ਵੀ ਮਾੜਾ ਹੈ, ਸੰਗਤ ਵੀ ਮਾੜੀ ਕਰਦਾ ਹੈ, ਕਰਮ ਵੀ ਮਾੜੇ ਕਰਦਾ ਹੈ। ਜਿੱਦਾਂ ਦੀ ਮਨੁੱਖ ਦੀ ਬੁੱਧ ਹੋਵੇ, ਤਾਂ ਹੀ ਗੁਰਮੁਖ ਪਿਆਰੇ ਹਰ ਸਮੇਂ ਸਤਿਗੁਰੂ ਜੀ ਦੇ ਚਰਨਾਂ ਵਿੱਚ ਬੇਨਤੀ ਕਰਦੇ ਨੇ, ਮਹਾਰਾਜ ਕਿਰਪਾ ਕਰਕੇ ਸਾਨੂੰ ਵਿਵੇਕ ਬੁੱਧੀ ਦੀ ਦਾਤ ਬਖਸ਼ੋ, ਗਿਆਨ ਵਾਲੀ ਬੁੱਧੀ ਦੀ ਦਾਤ ਕਿਰਪਾ ਕਰਕੇ ਸਾਨੂੰ ਬਖਸ਼ੋ, ਆਤਮ ਵਿਸ਼ੈਣੀ ਬੁੱਧ ਦੀ ਦਾਤ ਬਖਸ਼ੋ, ਜਿਸ ਕਰਕੇ ਆਪਣੇ ਸਰੂਪ ਦੀ ਪਹਿਚਾਣ ਕਰ ਸਕੀਏ। ਗੁਰਸਿੱਖ ਗੁਰੂ ਚਰਨਾਂ ਵਿੱਚ ਅਰਦਾਸ ਕਰਦੇ ਹੈ। ਸੋ ਹਜ਼ੂਰ ਨੇ ਬਖਸ਼ਿਸ਼ ਕੀਤੀ ਹੈ, ਭੂਲ ਵਿਗਾਰਿਓ ਆਪਣਾ ਕਾਜ। ਜਿਹੜੇ ਭੁੱਲੇ ਹੋਏ ਸੀ ਨਾ, ਮਲੀਨ ਬੁੱਧ ਨੂੰ ਧਾਰਨ ਕੀਤਾ ਸੀ, ਬਾਰ-ਬਾਰ ਚੰਗੇ ਮੰਦੇ ਫੁਰਨਿਆਂ ਨੂੰ ਧਾਰਨ ਕਰਦੇ ਸਾਂ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਜਿਨ੍ਹਾਂ ਨੂੰ ਸੋਝੀ ਪ੍ਰਾਪਤ ਹੋ ਗਈ ਨਾ, ਵਿਵੇਕ ਬੁੱਧੀ ਦਾਤ ਮਿਲ ਗਈ ਹੈ, ਉਹਨਾਂ ਨੇ ਭੁੱਲਿਆ ਹੋਇਆਂ ਨੇ ਆਪਣੇ ਕਾਰਜ ਨੂੰ ਸਫਲਿਆ ਕਰ ਲਿਆ ਹੈ। ਕਿਹੜਾ ਕਾਰਜ ਹੈ? ਵਾਹਿਗੁਰੂ ਜੀ ਦੀ ਪ੍ਰਾਪਤੀ ਦਾ। ਭਈ ਪ੍ਰਾਪਤ ਮਾਨੁਖ ਦੇ ਹੁਰੀਆ, ਗੋਬਿੰਦ ਮਿਲਣ ਕੇ ਇਹ ਤੇਰੀ ਬਰੀਆ।
अवर काज तेरे कितै न काम, मिल साध संगत भज केवल नाम। परमेश्वर की प्राप्ति का जिहड़ा जीवन के अंदर सब तो प्रमुख कारज है, उन्होंने गुरमुखा ने महाराज कहते प्राप्त कर लिया। पहला बिगड़िया हुआ कारज उन्होंने सुधार लिया, वाहिगुरू जी की प्राप्ति कर ली है। कथनी बदनी कहन कहावन, एक वो संसार के जीव हैं ਜਿਹੜੇ ਕਹਿੰਦੇ ਅਸੀਂ कथा करते हाँ, बड़े कथाकड़ हाँ, कथावाचक हाँ। एक वो हैं ਜਿਹੜੇ ਕਵੀਸ਼ਰੀ ਆਦਿ ਕਰਨ ਵਾਲੇ, ਸਾਧ ਸੰਗਤ जी ਗਾਉਣਾ है ਗਾਉਣ ਵਾਲੇ। ਹਜੂਰ ਕਹਿੰਦੇ ਮਨ ਦੇ ਵਿੱਚ ਹੰਕਾਰ ਪੈਦਾ ਹੋਇਆ ਰਹਿੰਦਾ कि ਅਸੀਂ कथा करते हाँ, ਅਸੀਂ प्रचार करते हाँ, ਅਸੀਂ कथावाचक हाँ, ਅਸੀਂ ਵੱਡੇ ਗਿਆਨੀ ਪੁਰਖ हाँ, ਸਾਡੇ ਵਰਗਾ कौन ਗਿਆਨਵਾਨ है संसार अंदर। वो हंकार ही हर समय मन में धारण करी रखते हैं। पर महाराज कहते जदों तक हंकार है उदों तक कदे परमेश्वर का प्यार नहीं पा सकता, क्योंकि हर जीओ अहंकार ना भावई। परमेश्वर नूं हंकार कदे भाउंदा ही नहीं है। निमरतावान हो करके वाहिगुरू जी का जस उच्चारण करे तां परमात्मा के चरणों का प्यार पा सकता है, नहीं तो हंकारी बंदे तो महाराज सच्चे पातशाह कहते परमात्मा की नज़रां दे विच बेसमझ हन, मूर्ख हन। पढ़िया मूर्ख आखी है जिस लभ लोभ अहंकार, जिहदे मन में हंकार है ना, वो परमात्मा की नज़रां दे विच कहते बेसमझ है, मूर्ख है। गरीबन वाज सतगुरु जी ने उच्चारण किया कथनी बदनी कहन कहावन। बड़ा बार बार हंकार दियां डींगा मारदा है, भावें बदनी मुख तो उच्ची उच्ची आवाज़ां उच्चारण करदा कथन करदा है, ते भावें कवीशरी आदिक भी गाउंदा है। समझ परी तो विसरियो गावन, ते जदों जीव नूं समझ पई है ना कि जो कुछ मैं बोलदा सा हंकार दे नशे विच एवें डींगा मारदा रहिंदा सा, विसरियो गावन, फिर सारा कुछ गाउणा भी विसर गया, भुल गया है। हुण किसी प्रकार का हंकार नहीं। पहला तो कहता सी कि मैं बोलदा, मैं गाउंदा, मैं कथन करदा, मैं कथा करदा, पर जदों जीव नूं सोझी पैंदी है ना, फिर हाथ जोड़ करके बेनतियां करदा महाराज, ज्यों बोलावे त्यों बोलह स्वामी, कुदरत कवन हमारी। साध संग नानक जस गायो, जो प्रभ की अत प्यारी। महाराज साडा की बल है, साडा की जोर है, साडा कोई बल नहीं महाराज। जिवें आप जी बुलाउंदे तिवें असीं बोलदे हाँ, क्योंकि काठ के पुत्री कहा करे बपुरी, खिलावन हारो जानै। एक लकड़ की साध संगत जी कठ पुतली है, उहदा कोई अपना जोर थोड़ा है। जिवें बाजीगर उहनूं नचाउणा चाहे उस तरह नचदी है। बरीक जी तार बाजीगर के हत्थां विच हुंदी है। वो जिमें जिमें स्टेज पर एक्शन कराई जाता है, किसी नूं लड़ाउंदा, किसी नूं हराउंदा, किसी नूं जिताउंदा, कईयां नूं खिड़खड़ा के हसाउंदा ते कईयां नूं रवाउंदा, पर वो बरीक जी तार बाजीगर के हत्थां विच हुंदी है। इसी तरह महाराज कहते हैं संसार भर के सब जीव कठपुतलियां की तरह हैं। सारे जीवां की वागडोर परमात्मा के हत्थां विच है। जिमें जिमें जीवां नूं नचाउणा चाहे नचाउंदा, कर्मां अनुसार जिथे जिथे परमात्मा ने जीवां नूं लगाया उत्थे उत्थे संसार के जीव रूप कठपुतलियां लगियां होईयां ने। ते जदों परमात्मा अपनी चेतन शक्ति शरीर दे विचों कढ लैंदा है ना, ये शरीर रूपी कठपुतली फिर साध संगत जी हिल भी नहीं सकती। उन्ना चिर ही है ना शरीर चलदा फिरदा खांदा पहनदा गल्लां बातां करदा है, जिन्ना चिर शरीर के अंदर चेतनता वरत रही है, परमात्मा की शक्ति वरत रही है, उन्ना चिर चलदा फिरदा। इस प्रकार हजूर कहते हैं जदों जीव नूं सोझी आ जाती है ना, तब विसरियो गावन, तदों हंकार का नशा उतर जाता है। फिर समझ आ जाती कि महाराज नहीं आखण जोर चुपै नह जोर, जोर ना मंगण देण ना जोर, ना कुछ महाराज बोलण में जोर है, तो ना साडा चुप रहण दे विच कोई जोर है। परमात्मा जिवें आप जी बुलाउणा चाहे उसी तरह बोलते हाँ, क्योंकि सदा कट राम बोलै, रामा बोलै, राम बिना को बोलै रे।
ਇੱਕ ਪਰਮੇਸ਼ਰ ਤੋਂ ਬਿਨਾਂ ਕੌਣ ਹੈ ਜਿਹੜਾ ਜੀਵਾਂ ਨੂੰ ਹੋ ਕਰਕੇ ਬੋਲਣ ਵਾਲਾ? ਕਿਉਂਕਿ ਆਪ ਕਥੈ ਆਪ ਸੁਣਨਾ ਹਾਰ। ਉਹ ਵਾਹਿਗੁਰੂ ਆਪ ਹੀ ਜੀਵਾਂ ਨੂੰ ਹੋ ਕਰਕੇ ਕਥਨ ਕਰਨ ਵਾਲਾ ਹੈ, ਆਪ ਹੀ ਕੰਨਾਂ ਰੂਪ ਹੋ ਕਰਕੇ ਪਰਮੇਸ਼ਰ ਸਰਵਣ ਕਰਨ ਵਾਲਾ ਹੈ। ਕਹਿਤ ਕਬੀਰ ਪੰਚ ਜੋ ਚੂਰੇ। ਭਗਤ ਕਬੀਰ ਸਾਹਿਬ ਜੀ ਕਹਿੰਦੇ ਹੈ, ਪ੍ਰੇਮੀ ਜਨੋ, ਜਿਨ੍ਹਾਂ ਨੇ ਪ੍ਰਬਲ ਪੰਜਾਂ ਵਿਕਾਰਾਂ ਦਾ ਚੂਰਨਾ ਬਣਾ ਦਿੱਤਾ ਹੈ, ਚਕਨਾ ਚੂਰ ਕਰ ਦਿੱਤੇ, ਅਭਾਵ ਕਰ ਦਿੱਤੇ ਹਨ, ਜਿਨ੍ਹਾਂ ਨੇ ਪੰਜਾਂ ਵਿਕਾਰਾਂ ਨੂੰ ਚਕਨਾ ਚੂਰ ਕਰ ਦਿੱਤਾ ਹੈ, ਆਪਣੀ ਵੱਸੀ ਘਰ ਕਰ ਲਿਆ ਹੈ ਸ਼ੁਭ ਗੁਣਾਂ ਦੇ ਧਾਰਨੀ ਬਣ ਕੇ। ਜਦੋਂ ਤੱਕ ਸ਼ੁਭ ਗੁਣ ਨਾ ਹੋਣ ਉਹਨਾਂ ਚਿਰ ਔਗੁਣਾਂ ਨੂੰ ਅਭਾਵ ਨਹੀਂ ਕੀਤਾ ਜਾ ਸਕਦਾ। ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਬਚਨ ਹਨ, ਜੇ ਗੁਣ ਹੋਣ ਤਾਂ ਕੱਟੀਨ ਸੇ ਭਾਈ ਸੇ ਵੀਰ। ਜੇ ਮਨੁੱਖ ਤੇਰੇ ਕੋਲ ਸ਼ੁਭ ਗੁਣ ਹਨ ਤਾਂ ਔਗੁਣਾਂ ਨੂੰ ਕੱਟ ਸਕਦਾ ਹੈ। ਜਿਵੇਂ ਕਹਿੰਦੇ ਹਨ ਕਿ ਜ਼ਹਿਰ ਨੂੰ ਜ਼ਹਿਰ ਕੱਟਦੀ ਹੈ, ਇਸੇ ਤਰ੍ਹਾਂ ਔਗੁਣਾਂ ਨੂੰ ਸਾਧ ਸੰਗਤ ਜੀ ਸ਼ੁਭ ਗੁਣ ਕੱਟਦੇ ਹੈ। ਮਹਾਰਾਜ ਸਤਿਗੁਰੂ ਜੀ ਨੇ ਉਚਾਰਨ ਕੀਤਾ, ਜਿਨ੍ਹਾਂ ਨੇ ਇਹਨਾਂ ਪੰਜਾਂ ਵਿਕਾਰਾਂ ਨੂੰ, ਕਾਮ ਕ੍ਰੋਧ ਆਦਿਕ ਵਿਕਾਰਾਂ ਨੂੰ ਸ਼ੁਭ ਗੁਣਾਂ ਦੇ ਧਾਰਨੀ ਬਣ ਕੇ ਚਕਨਾ ਚੂਰ ਕਰ ਦਿੱਤਾ ਹੈ। ਤਿਨ ਤੇ ਨਾਹੇ ਪਰਮ ਪਦ ਦੂਰੇ। ਇਹ ਨਿਸ਼ਚੈ ਕਰਕੇ ਜਾਣ ਲਓ, ਪਰਮੇਸ਼ਰ ਦੀ ਪਰਮ ਪਦਵੀ, ਵਾਹਿਗੁਰੂ ਜੀ ਦਾ ਸਰੂਪ ਰੂਪੀ ਪਦ ਉਹਨਾਂ ਤੋਂ ਦੂਰ ਨਹੀਂ ਹੈ। ਪਰ ਧਨ ਪਰ ਦਾਰਾ ਪਰ ਹਰੀ, ਤਾਂ ਕੈ ਨਿਕਟ ਬਸੈ ਨਰ ਹਰੀ। ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਉਹਨਾਂ ਦੇ ਬਹੁਤ ਨਜ਼ਦੀਕ, ਨੇੜੇ ਤੋਂ ਨੇੜੇ ਵਸਦਾ ਹੈ ਤਾਂ ਭਾਵੇਂ ਅੰਦਰ ਹੀ ਹੈ, ਪਰ ਮਰ ਤੇ ਭਰਮ ਰੂਪੀ ਪਰਦਾ ਪੈਣੇ ਕਰਕੇ ਬੜਾ ਦੂਰ ਲੱਗਦਾ ਹੈ। ਪੜਦਾ ਹੀ ਪਿਆ ਹੋਇਆ ਨਾ ਹਉਮੈ ਦਾ, ਭਰਮ ਦਾ। ਤਾਂ ਹੀ ਤੇ ਸਾਧ ਸੰਗਤ ਜੀ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਸਾਨੂੰ ਦਿਸਦਾ ਨਹੀਂ ਹੈ। ਮਰ ਤੇ ਭਰਮ ਦਾ ਪੜਦਾ ਪੈਣੇ ਕਰਕੇ ਦੂਰ ਭਾਸਦਾ ਹੈ। ਜੇ ਦੂਰ ਪ੍ਰਤੀਤ ਹੁੰਦਾ ਤੇ ਤਾਂ ਹੀ ਆਪਾਂ ਝੂਠ ਬੋਲਦੇ ਹਾਂ, ਤਾਂ ਹੀ ਛਲ ਕਰਦੇ ਹਾਂ, ਠੱਗੀਆਂ ਮਾਰਦੇ ਹਾਂ, ਸਾਧ ਸੰਗਤ ਜੀ ਝੂਠੀ ਕਮਾਈ ਕਰਦੇ ਹਾਂ। ਜੇ ਪਰਮਾਤਮਾ ਨਜ਼ਦੀਕ ਨੇੜੇ ਨਜ਼ਰ ਆਉਂਦਾ ਹੋਵੇ ਕਿ ਰੱਬ ਸਾਨੂੰ ਦੇਖਦਾ ਹਰ ਸਮੇਂ, ਸਭ ਸੁਣਦਾ, ਸਭ ਵੇਖਦਾ, ਕਿ ਉਹ ਮੁੱਕਰ ਪਿਆ ਜਾਏ, ਉਹ ਪਰਮਾਤਮਾ ਸਭ ਕੁਝ ਦੇਖਦਾ ਤੇ ਸੁਣਦਾ, ਸਾਡੀਆਂ ਹਰ ਇੱਕ ਕਰਮ ਕਰਤੂਤਾਂ ਨੂੰ ਦੇਖਦਾ ਤੇ ਸੁਣਦਾ। ਤੇ ਪਰਮਾਤਮਾ ਦੇ ਘਰ ਜਾ ਕੇ ਮਨਾਂ ਤੂੰ ਕਿੱਦਾਂ ਮੁੱਕਰੇਂਗਾ? ਜੇ ਇਹਦਾ ਮਨ ਵਿੱਚ ਵਿਸ਼ਵਾਸ ਵੱਧ ਜਾਵੇ, ਭਰੋਸਾ ਬਣ ਜਾਵੇ, ਸਾਧ ਸੰਗਤ ਜੀ ਕਦੇ ਵੀ ਅਸੀਂ ਝੂਠ ਨਾ ਬੋਲੀਏ, ਕਦੇ ਵੀ ਅਸੀਂ ਪਾਪ ਕਰਮ ਨਹੀਂ ਕਰਾਂਗੇ, ਕਦੇ ਅਸੀਂ ਠੱਗੀਆਂ ਨਹੀਂ ਮਾਰਾਂਗੇ, ਕਿਸੇ ਨਾਲ ਛਲ ਫਰੇਬ ਨਹੀਂ ਕਰਾਂਗੇ, ਕਿਉਂਕਿ ਮਨ ਵਿੱਚ ਭਰੋਸਾ ਹੋਵੇਗਾ ਕਿ ਰੱਬ ਮੈਨੂੰ ਦੇਖਦਾ ਪਿਆ, ਕਿਉਂਕਿ ਅੱਗੋਂ ਦੇਖੈ ਪਿੱਛੋਂ ਦੇਖੈ ਤੁਝ ਤੇ ਕਹਾਂ ਛੁਪਾਵੈ। ਪਰਮਾਤਮਾ ਮੈਂ ਅੱਗੇ ਵੀ ਦੇਖ ਲਵਾਂਗਾ, ਮੈਨੂੰ ਕੋਈ ਨਹੀਂ ਦੇਖਦਾ ਪਿਆ, ਪਿੱਛੇ ਵੀ ਮੁੜ ਕੇ ਝਾਤ ਮਾਰ ਕੇ ਦੇਖ ਲਵਾਂਗਾ ਕਿ ਮੈਂ ਹੁਣ ਇਕੱਲਾ ਹੀ ਹਾਂ, ਮੈਂ ਪਾਪ ਕਰਮ ਕਰ ਲਵਾਂ, ਕੋਈ ਚੋਰੀ ਕਰ ਲਵਾਂ, ਠੱਗੀ ਮਾਰ ਲਵਾਂ, ਪਰ ਹੇ ਵਾਹਿਗੁਰੂ ਤੁਝ ਤੇ ਕਹਾਂ ਛੁਪਾਵੈ। ਪਰਮਾਤਮਾ ਤੇਰੇ ਤੋਂ ਕੌਣ ਸਾਨੂੰ ਛੁਪਾ ਸਕਦਾ? ਮਹਾਰਾਜ ਕਹਿੰਦੇ ਜਦੋਂ ਭਰੋਸਾ ਵੱਧ ਜਾਂਦਾ, ਫਿਰ ਉਹ ਵਾਹਿਗੁਰੂ ਤੇ ਅਕਾਲ ਪੁਰਖ ਵਾਹਿਗੁਰੂ ਦਾ ਡਰ ਮਨ ਵਿੱਚ ਧਾਰਨ ਕਰਕੇ ਰੱਖਦਾ, ਪਰਮੇਸ਼ਰ ਦਾ ਭੈ ਆਪਣੇ ਹਿਰਦੇ ਅੰਦਰ ਸਦਾ ਹੀ ਰੱਖਦਾ। ਫਿਰ ਕਦੇ ਵੀ ਇਹ ਮਨੁੱਖ ਮਾੜਾ ਸੋਚਦਾ ਨਹੀਂ, ਮਾੜਾ ਬੋਲਦਾ ਨਹੀਂ, ਮਾੜਾ ਕਿਸੇ ਨਾਲ ਕਰਦਾ ਨਹੀਂ, ਝੂਠ ਨਹੀਂ ਬੋਲਦਾ, ਫਿਰ ਝੂਠੀ ਕਿਰਤ ਵੀ ਨਹੀਂ ਕਰਦਾ। ਪਰਮੇਸ਼ਰ ਦਾ ਡਰ ਮਨ ਦੇ ਅੰਦਰ ਪੈਦਾ ਹੋ ਜਾਂਦਾ। ਫਿਰ ਸਾਧ ਸੰਗਤ ਜੀ ਚੰਗੇ ਪਾਸੇ ਹਰ ਸਮੇਂ ਮਨ ਦੇ ਅੰਦਰ ਕਦਮ ਕਦਮ ਵਿਚਾਰ ਕਰਕੇ ਰੱਖਦਾ ਕਿ ਮੇਰੇ ਤੋਂ ਕੋਈ ਭੁੱਲ ਨਾ ਹੋ ਜਾਵੇ। ਜੇ ਜ਼ਿੰਦਗੀ ਵਿੱਚ ਭੁੱਲ ਕਰਾਂਗਾ ਤੇ ਫਿਰ ਉਹਦਾ ਮੈਨੂੰ ਹਿਸਾਬ ਕਿਤਾਬ ਦੇਣਾ ਪਵੇਗਾ। ਪਰਮਾਤਮਾ ਹਰ ਸਮੇਂ ਮੈਨੂੰ ਦੇਖਦਾ ਤੇ ਸੁਣਦਾ ਪਿਆ ਹੈ। ਗਰੀਬ ਨਵਾਜ਼ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤੀ, ਕਹਿੰਦੇ ਹਨ ਕਿ ਜਿਹੜੇ ਪੰਜਾਂ ਵਿਕਾਰਾਂ ਨੂੰ ਚਕਨਾ ਚੂਰ ਕਰ ਦਿੰਦੇ ਆ, ਉਹ ਫਿਰ ਗੁਰਮੁਖ ਪਿਆਰੇ ਵਾਹਿਗੁਰੂ ਜੀ ਦੇ ਸਰੂਪ ਦੀ ਪ੍ਰਾਪਤੀ ਕਰ ਲੈਂਦੇ ਆ। ਜਿਵੇਂ ਭਗਤ ਰਸਨਾ ਦੁਆਰਾ ਸਤਿਗੁਰੂ ਜੀ ਨੇ ਉਚਾਰਨ ਕੀਤਾ, ਕਹਿ ਰਵਿਦਾਸ ਹਾਥ ਪੈ ਨੇੜੈ ਸਹਿਜੇ ਹੋਏ ਸੋ ਹੋਈ। ਫਿਰ ਉਹ ਪਰਮਾਤਮਾ ਹੱਥਾਂ ਪੈਰਾਂ ਇੰਦਰੀਆਂ ਤੋਂ ਵੀ ਨੇੜੇ ਪਸੀਜਣ ਲੱਗ ਪੈਂਦਾ ਕਿ ਪਰਮਾਤਮਾ ਸਾਡੇ ਹੱਥਾਂ ਪੈਰਾਂ ਇੰਦਰੀਆਂ ਤੋਂ ਵੀ ਨੇੜੇ ਹੈ। ਜਿਵੇਂ ਭਗਤ ਜਨਾਂ ਦੇ ਹਿੱਸੇ ਆਇਆ ਨਾ, ਜਿੱਥੇ ਵੀ ਦੇਖਦੇ ਹਨ ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਮਹਾਰਾਜ ਆਪ ਜੀ ਤੋਂ ਬਿਨਾਂ ਸਾਨੂੰ ਕੋਈ ਵੀ ਸਰੂਪ ਨਜ਼ਰ ਆਉਂਦਾ ਹੀ ਨਹੀਂ ਹੈ। ਜਿੱਥੇ ਵੀ ਦੇਖਦੇ ਹੈ ਪਰਮਾਤਮਾ ਜੀ, ਆਪ ਜੀ ਦਾ ਸਰੂਪ ਸਾਨੂੰ ਦਿਸਦਾ ਹੈ। ਸਭ ਥਾਵਾਂ ਤੇ
ਇਹ ਵਾਹਿਗੁਰੂ ਆਪ ਤੋਂ ਬਿਨਾਂ ਕੋਈ ਦੂਜਾ ਸੰਸਾਰ ਦੇ ਅੰਦਰ ਹੈ ਹੀ ਨਹੀਂ ਹੈ। ਫਰੀਦਾ ਖਾਲਕ ਖਲਕ ਮਹਿ ਖਲਕ ਵਸੈ ਰੱਬ ਮਾਹੇ। ਸਾਰੀ ਖਲਕਤ ਦੇ ਅੰਦਰ ਸੂਖਸ਼ਮ ਔਰ ਸਥੂਲ ਆਕਾਰਾਂ ਦੇ ਜੀਵਾਂ ਦੇ ਅੰਦਰ ਸਭ ਨਾਨਾ ਪ੍ਰਕਾਰ ਦੇ ਪੈਦਾ ਕੀਤੇ ਹੋਏ ਜੀਵ ਜੰਤੂਆਂ ਦੇ ਵਿੱਚ 84 ਲੱਖ ਜੂਨਾਂ ਦੇ ਵਿੱਚ ਸਭ ਥਾਵਾਂ ਤੇ ਚਤੁਰ ਦਿਸ਼ਾ ਕੀਨੋਂ ਬਲ ਆਪਣਾ ਸਭ ਥਾਵਾਂ ਤੇ ਪਰਮਾਤਮਾ ਦਾ ਹੀ ਪ੍ਰਤਾਪ ਫਿਰ ਨਜ਼ਰ ਆਉਣ ਲੱਗ ਪੈਂਦਾ ਜਦੋਂ ਵਾਹਿਗੁਰੂ ਜੀਵ ਤੇ ਕਿਰਪਾ ਕਰ ਦਿੰਦਾ। ਕਿਉਂਕਿ ਅਚਰ ਚਰੈ ਤਾਂ ਸਿੱਧ ਹੋਈ ਸਿੱਧੀ ਤੇ ਬੁੱਧ ਪਾਈ। ਆਚਰ ਕਹਿੰਦੇ ਨੇ ਨਾ ਚਰੇ ਜਾਣ ਵਾਲੇ, ਨਾ ਵਸ ਵਿੱਚ ਹੋਣ ਵਾਲੇ ਜਿਹੜੇ ਪ੍ਰਬਲ ਵਿਕਾਰ ਹੈ ਨਾ, ਜਿਨ੍ਹਾਂ ਨੇ ਚਰ ਲਏ ਭਾਵ ਵਸ ਵਿੱਚ ਕਰ ਲਏ ਹੈ। ਆਚਰ ਚਰੈ ਤਾਂ ਸਿੱਧ ਹੋਈ, ਉਹਨਾਂ ਨੂੰ ਸਤ ਸੰਗਤ ਜੀ ਹਿਰਦੇ ਅੰਦਰ ਗਿਆਤ ਪ੍ਰਾਪਤ ਹੋ ਗਈ ਹੈ ਤੇ ਸਿੱਧੀ ਤੇ ਬੁੱਧ ਪਾਈ। ਗਿਆਤ ਕਰਕੇ ਤੇ ਇਹਨਾਂ ਨੇ ਵਿਵੇਕ ਬੁੱਧੀ ਦੀ ਪ੍ਰਾਪਤੀ ਕੀਤੀ ਹੈ। ਵਿਵੇਕ ਬੁੱਧੀ ਦੁਆਰਾ ਹੀ ਵਾਹਿਗੁਰੂ ਜੀ ਦੇ ਸਰੂਪ ਨੂੰ ਪਾਉਣਾ ਕੀਤਾ। ਮਹਾਰਾਜ ਸੱਚੇ ਪਾਤਸ਼ਾਹ ਸਤਿਗੁਰੂ ਜੀ ਮਿਹਰ ਕਰਨ, ਪਾਵਨ ਉਪਦੇਸ਼ ਸਾਡੇ ਹਿਰਦਿਆਂ ਵਿੱਚ ਵਸ ਜਾਵੇ। ਗੁਰੂ ਬਚਨਾਂ ਦੀ ਕਮਾਈ ਕਰਕੇ ਜੀਵਨ ਸਫਲਾ ਬਣਾ ਸਕੀਏ। ਪਾਵਨ ਗੁਰਬਾਣੀ ਦੇ ਵਿਚਾਰ ਕਰਦਿਆਂ ਤੋਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਸੰਗਤ ਬਖਸ਼ਣਹਾਰ ਹੋ। ਅਗਾਹ ਵਾਸਤੇ ਅਸੀਸ ਪਿਆਰ ਬਖਸ਼ਿਸ਼ ਕਰਨਾ ਜੀ। ਬੇਨਤੀ ਹੈ ਸਤ ਸੰਗਤ ਜੀ, ਜਿਨ੍ਹਾਂ ਪ੍ਰਾਣੀਆਂ ਨੇ ਅਜੇ ਤੱਕ ਅੰਮ੍ਰਿਤ ਨਹੀਂ ਪਾਨ ਕੀਤਾ, ਪੰਜਾਂ ਪਿਆਰਿਆਂ ਤੋਂ ਖੰਡੇ ਬਾਟੇ ਦਾ ਅੰਮ੍ਰਿਤ ਛਕੋ। ਪਤਿਤ ਪੁਣੇ ਦਾ ਨਸ਼ਿਆਂ ਦਾ ਤਿਆਗ ਕਰਕੇ ਸ਼ਬਦ ਗੁਰੂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਲੜ ਲੱਗ ਕੇ ਜੀਵਨ ਸਫਲਾ ਬਣਾਓ ਜੀ। ਬੇਨਤੀ ਪ੍ਰਵਾਨ ਕਰਨੀ ਜੀ। ਦੇਹੋ ਸੱਜਣ ਅਸੀਸੜੀਆ ਜਿਉ ਹੋਵੈ ਸਾਹਿਬ ਸਿਓ ਮੇਲ। ਕਥਨੀ ਬਦਨੀ ਕਹਿਨ ਕਹਾਵਨ ਸਮਝ ਪਰੀ ਤੋ ਵਿਸਰਿਓ ਗਾਵਨ। ਕਹਿਤ ਕਬੀਰ ਪੰਚ ਜੋ ਚੂਰੇ ਤਿਨ ਤੇ ਨਾਹੇ ਪਰਮ ਪਦ ਦੂਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।